ਅੱਜ ਮੇਰੇ ਭੈਣੋ ਤੇ ਭਰਾਓ ਮੈਂ ਵੀ ਚਾਹਣਾ ਕਿ ਸਾਡੇ ਜੀਵਨ ਦੇ ਵਿੱਚ ਜੋ ਅੱਜ ਚੱਲ ਰਿਹਾ ਸੀ ਥੋੜਾ ਜਿਹਾ ਹਟ ਕੇ परमेश्वर तो कुछ मंगना और परमेश्वर को कुछ देना शुरू करना। सारे बोलो हालेलुया। बोलो परमेश्वर तो कुछ मंगना और तो कुछ देना शुरू करना। हालेलुया। आओ मेरे नाल एक बाइबल दी एक किताब है ਉਹਦੇ ਵਿੱਚ ਜਾਵਾਂਗੇ ਲੂਕਾ 13 ਉਸ ਦੀ 6 ਤੋਂ 9। ਲੂਕਾ ਦੀ ਕਿਤਾਬ ਉਸ ਦੀ 13 6 ਤੋਂ 9 बड़ी ਉੱਚੀ साफ और प्यार दे नाल पढ़ना। हालेलुया। हाँ जी। उसने एक दृष्टांत दिता और इस जगह ते प्रभु यीशु मसीह सानू एक दृष्टांत दे रहे ने। दृष्टांत दा मतलब तुसी एक पहेली ला लो, कहानी ला लो। हालेलुया। अक्सर प्रभु यीशु मसीह अपने चेलियां दे नाल दृष्टांत, पहेलियां और कहानियां दे रूप विच गल करदे सी और इत्थे भी ਉਹ एक पहेली, एक कहानी, एक रूप कथा दे रूप विच गल कर रहे ने। हाँ जी, पढ़ो जी। भाई किसे मनुख दे अंगूरी बाग विच किसे मनुख दे अंगूरी बाग दे विच एक हंजीर दा बूटा लाया होया सी। देखो ध्यान नाल, अंगूरी बाग और ਉਹਦੇ ਵਿੱਚ ਇੱਕ ਬੂਟਾ ਹੈ और ਉਹ ਬੂਟਾ ਹੰਜੀਰ ਦਾ ਹੈ। हाँ जी। ਅਤੇ ਉਹ ਉਸ ਦਾ ਫਲ ਲੈਣ ਆਇਆ। हालेलुया। पर ना लब्बा। ना लब्बा। हालेलुया। और उत्थे लिखा है कि वो हंजीर का पेड़ लगा हुआ था और वह उसमें फल ढूंढने आया परंतु फल ना पाया। तब उसने बारी के रखवाले से कहा, देख 3 वर्ष से मैं अंजीर के पेड़ में फल ढूंढने आता हूं परंतु नहीं पाता। इसे काट डाल कि यह भूमि को भी क्यों रोके रहे। उसने उसको उत्तर दिया, है स्वामी, इसे इस वर्ष और रहने दे कि मैं इसके चारों ओर खोद कर खाद डालूं। यदि आगे को फले तो भला, नहीं तो उसे काट डाल। हालेलुया। इस जगह ते एक रुख है अंजीर दा और 3 ਸਾਲਾਂ ਤੋਂ ਉੱਥੇ ਲੱਗਿਆ ਹੋਇਆ अंगूरी बाग दे विच हंजीर दा रुख है और किन्ने सालों तो लग्या है जी? बाइबल च लिखा कि 3 सालों तो जो मालिक है, जो उस बाग दा मालिक है, वो लगातार 3 सालों तो वार-वार इनु बाहर प्लीज चुप करो या पीछे चले जाओ। वो वार-वार फल लैण दे लिए आया है। हालेलुया। पर 3 साल उस रुख ते उस मालिक ਨੂੰ ਕੋਈ ਵੀ ਫਲ ਨਹੀਂ ਲੱਭਾ। ਮੇਰੇ ਭੈਣੋ ਤੇ ਭਰਾਓ, ਅੱਜ ਸਾਨੂੰ ਵੀ ਕਿਤੇ ਨਾ ਕਿਤੇ ਪਰਮੇਸ਼ਵਰ ਨੇ ਕਿਸੇ ਨਾ ਕਿਸੇ ਚਰਚ, ਕਿਸੇ ਨਾ ਕਿਸੇ ਮੈਦਾਨ, ਕਿਸੇ ਨਾ ਕਿਸੇ ਜਗ੍ਹਾ ਦੇ ਵਿੱਚ ਲਗਾਇਆ ਹੋਇਆ। ਹਾਲੇਲੂਇਆ। ਉਹਨੇ ਚਾਹੇ ਛੋਟੀ ਚਰਚ 'ਚ ਲਗਾਇਆ ਹੋਵੇ, ਚਾਹੇ ਵੱਡੀ ਚਰਚ 'ਚ ਲਗਾਇਆ ਹੋਵੇ, ਉਹਨੇ ਸਾਨੂੰ ਕਿਤੇ ਨਾ ਕਿਤੇ ਲਗਾਇਆ। ਤੁਸੀਂ ਇਹ ਦੇਖੋ, ਬਾਈਬਲ 'ਚ ਲਿਖਿਆ ਉਹ ਜਿਹੜਾ ਰੁੱਖ ਸੀ ਉਹਦੇ ਫਲ ਨਹੀਂ ਸੀ। ਇਹਦਾ ਮਤਲਬ ਉਹ ਲੰਮਾ ਵੀ ਹੋਇਆ, 3 ਸਾਲ ਲਗਾਤਾਰ ਲੰਮਾ ਹੋ ਰਿਹਾ, ਉਹਦੇ ਪੱਤੇ ਆ ਰਹੇ ਨੇ, ਪੂਰਾ ਮੋਟਾ ਤਾਜ਼ਾ ਹੋਣਾ ਉਹ। ਪਰ ਇੱਕ ਚੀਜ਼ ਉਸ ਰੁੱਖ ਉੱਤੇ ਨਹੀਂ ਸੀ, ਉਹ ਕੀ ਨਹੀਂ ਸੀ? ਫਲ ਨਹੀਂ ਸੀ। ਪਰ ਬਾਗਵਾਨ ਨੇ क्या कि मेरे मालिक 3 सालों तो तुसी आ रहे हो, बड़े अफसोस की गल है कि इस रुख उत्ते एक भी फल नहीं लग्या और मैं तुहानू इस रुख तो एक भी फल नहीं दे सकिया। पर हुण मैं कोशिश करांगा, चंगा इहदे आसे पासे खड्डा खुड्डा पुट के, पानी पूनी पा के, खाद खुद पा के इनमें मैं परवरिश होर चंगी तरह करांगा और अगले साल अगर फल दिता तो ठीक है, नहीं तेनू कट देवांगा। आज मेरे भैणों ते भराओ, सानू भी शायद साल 2 साल और शायद सानू 3 साल आज इस चर्च विच आउंदे होए शायद हो गए और परमेश्वर तानू देख रहा। सारे बोलो हालेलुया। उस अंगूरी बाग दे विच परमेश्वर कल्ले अंगूरी बाग नू नहीं,
ਉਸ ਹੰਜੀਰ ਨੂੰ ਵੀ ਕੀ ਕਰ ਰਿਹਾ ਸੀ? ਦੇਖ ਰਿਹਾ ਸੀ, ਨੋਟ ਕਰ ਰਿਹਾ ਸੀ। ਕਿੰਨੇ ਸਾਲਾਂ ਤੋਂ? 3 ਸਾਲਾਂ ਤੋਂ। ਤੁਹਾਨੂੰ ਨੋਟ ਕਰ ਰਿਹਾ ਪਰਮੇਸ਼ਵਰ, ਤੁਹਾਨੂੰ ਦੇਖ ਰਿਹਾ ਪਰਮੇਸ਼ਵਰ, ਤੁਹਾਨੂੰ ਦੇਖ ਰਿਹਾ ਪਰਮੇਸ਼ਵਰ। ਬੜੇ ਮੋਟੇ ਤਾਜੇ ਹੋ ਰਹੇ ਹੋ ਚਰਚ ਵਿੱਚ ਲਗਾਤਾਰ 3 ਸਾਲਾਂ ਤੋਂ, ਸਾਲ ਤੋਂ, 2 ਸਾਲ ਤੋਂ ਆ ਕੇ ਆਸ਼ਾ ਬਰਕਤਾਂ ਤੁਹਾਡੇ ਕਾਮਯਾਬੀ ਪੂਰੀ ਚੱਲ ਰਹੀ ਹੈ। ਪਰ ਜੋ ਦੇਖਣਾ ਚਾਹੁੰਦਾ ਤੁਹਾਡੇ ਜੀਵਨ ਦੇ ਅੰਦਰ ਪਰਮੇਸ਼ਵਰ, ਜੋ ਤੁਹਾਡੇ ਤੋਂ ਲੈਣਾ ਚਾਹੁੰਦਾ ਹੈ, ਸ਼ਾਇਦ ਉਹ ਨਹੀਂ ਦਿਖ ਰਿਹਾ। ਸ਼ਾਇਦ 19 ਵੀ ਟੱਪ ਗਿਆ, 20 ਵੀ ਟੱਪ ਗਿਆ ਔਰ 21 ਵੀ ਆ ਗਿਆ। ਸ਼ਾਇਦ 15 ਵੀ ਟੱਪ ਗਿਆ, 16 ਵੀ ਟੱਪ ਗਿਆ, 17 ਵੀ ਟੱਪ ਗਿਆ, 18 ਵੀ ਟੱਪ ਗਿਆ, 19 ਵੀ ਟੱਪ ਗਿਆ, 20 ਵੀ ਟੱਪ ਗਿਆ। ਤੁਹਾਡੇ 3 ਸਾਲਾਂ ਵਾਲਾ ਪੀਰੀਅਡ ਵੀ ਖਤਮ ਹੋ ਗਿਆ। ਪਰ ਹਜੇ ਤੱਕ ਸ਼ਾਇਦ ਸਾਡੇ ਜੀਵਨ ਚੋਂ ਫਲ ਜੋ ਪਰਮੇਸ਼ਵਰ ਲੈਣਾ ਚਾਹੁੰਦਾ ਸੀ ਉਹ ਨਹੀਂ ਆ ਰਿਹਾ। ਹਾਲੇਲੂਇਆ। ਔਰ ਅਗਰ ਤੁਸੀਂ 2021 ਦੇ ਵਿੱਚੋਂ ਅੱਜ, ਤਾਂ ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਉਹ ਮੌਕਾ ਦੇ ਰਿਹਾ। ਹਾਲੇਲੂਇਆ। ਤੁਹਾਨੂੰ ਕੀ ਦੇ ਰਿਹਾ? ਮੌਕਾ ਦੇ ਰਿਹਾ। ਉਹ ਤੁਹਾਨੂੰ ਮੌਕਾ ਦੇ ਰਿਹਾ। ਮੇਰੀ ਬੇਟੀ, ਮੇਰੇ ਬੇਟੇ, ਮੈਂ ਤੁਹਾਨੂੰ ਫਿਰ ਤੋਂ ਮੌਕਾ ਦੇ ਰਿਹਾ। ਅਗਰ ਤੇਰੇ ਜੀਵਨ ਦੇ ਵਿੱਚ ਫਲ ਨਹੀਂ ਹੈ, ਅਗਰ ਤੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਕੰਮ ਨਹੀਂ ਹੈ, ਅਗਰ ਤੇਰੇ ਜੀਵਨ ਦੇ ਵਿੱਚ ਤੂੰ ਕੁਝ ਵੀ ਹਜੇ ਤੱਕ ਨਹੀਂ ਪਾਇਆ, ਤੇ ਮੈਂ ਤੈਨੂੰ ਇੱਕ ਮੌਕਾ ਹੋਰ ਦੇ ਰਿਹਾ। ਜਿਵੇਂ ਉਸ ਬਾਗਬਾਨ ਨੇ ਕਿਹਾ ਕਿ ਮੇਰੇ ਮਾਲਿਕ 1 ਵਰਸ਼ ਹੋਰ ਦੇ ਦਿਓ, 1 ਸਾਲ ਹੋਰ ਦੇ ਦਿਓ। ਅਗਰ ਨਾ ਫਲ ਦਿੱਤਾ ਤਾਂ ਤੁਸੀਂ ਕੱਟ ਦੇਣਾ। ਅੱਜ ਤੁਹਾਨੂੰ ਵੀ ਲੱਗਦਾ ਕਿ ਬੜਾ ਚਿਰ ਹੋ ਗਿਆ ਤਾੜੀਆਂ ਮਾਰਦਿਆਂ ਨੂੰ, ਬੜਾ ਸਮਾਂ ਹੋ ਗਿਆ, ਕਿਰਾਏ ਤੇ ਬੈਠੇ ਹੋਏ ਆ। ਜਿਵੇਂ ਅੱਜ ਤੁਸੀਂ ਗਵਾਹੀ ਸੁਣੀ ਕਿ ਉਸ ਬੱਚੀ ਨੂੰ ਤਾਂ 1 ਦਿਨ 'ਚ ਹੀ ਪਰਮੇਸ਼ਰ ਨੇ ਫਲ ਦੇ ਦਿੱਤਾ, ਤੇ ਮੈਨੂੰ ਤਾਂ ਆਉਂਦੇ ਨੂੰ 3 ਸਾਲ ਵੀ ਹੋ ਗਏ, ਤੇ ਪਰ ਮੈਨੂੰ ਤਾਂ ਕੋਈ ਫਲ ਹੀ ਨਹੀਂ ਮਿਲ ਰਿਹਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਨੂੰ ਵੀ ਦੇਵੇਗਾ ਉਹ 1 ਸਾਲ ਹੋਰ, ਤੁਹਾਨੂੰ ਮੌਕਾ ਦੇ ਰਿਹਾ। ਸਾਰੇ ਬੋਲੋ ਹਾਲੇਲੂਇਆ। ਕਮੀ ਬਾਗਵਾਨ ਦੇ ਅੰਦਰ ਨਹੀਂ ਹੈ, ਕਮੀ ਪਰਵਰਿਸ਼ ਵਿੱਚ ਨਹੀਂ ਹੈ। ਬਾਈਬਲ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਉਸ ਬੂਟੇ ਦੀ ਅੱਛੀ ਪਰਵਰਿਸ਼ ਨਹੀਂ ਹੋਈ, ਉਹਦੇ ਪੱਤੇ ਐ ਮੱਚੇ ਹੋਏ ਸੀ ਤੇ ਸੁੱਕਿਆ ਸੜਿਆ ਸੀ ਬੂਟਾ। ਉਹ ਲਿਖਿਆ ਹੋਇਆ? ਹਾਲੇਲੂਇਆ। ਕਈ ਵਾਰ ਸਾਨੂੰ ਲੱਗਦਾ ਕਿ ਸ਼ਾਇਦ ਮੇਰੀ ਪਰਵਰਿਸ਼ ਅੱਛੀ ਨਹੀਂ ਹੋ ਰਹੀ, ਲੱਗਦਾ ਜੋ ਮੈਨੂੰ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ। ਜਿਹੜਾ ਰੈਵਲੇਸ਼ਨ, ਜਿਹੜਾ ਗਿਆਨ ਮੈਨੂੰ ਹੁਣ ਤੱਕ ਹੋ ਜਾਣਾ ਚਾਹੀਦਾ ਹੈ, ਸ਼ਾਇਦ ਉਹ ਮੈਨੂੰ ਮਿਲ ਨਹੀਂ ਰਿਹਾ। ਇਸ ਚਰਚ ਵਿੱਚੋਂ ਸ਼ਾਇਦ ਮੈਨੂੰ ਮਿਲ ਨਹੀਂ ਰਿਹਾ ਉਹ ਭਜਨ, ਸ਼ਾਇਦ ਇੱਥੇ ਅਭਿਸ਼ੇਕ ਘੱਟ ਹੈ। ਹਾਲੇਲੂਇਆ। ਪਰ ਮੈਂ ਤੁਹਾਨੂੰ ਦੱਸਾਂ, ਅਗਰ ਬਾਗਬਾਨ ਤੁਹਾਡੀ ਅੱਛੀ ਤਰ੍ਹਾਂ ਰਾਖੀ ਕਰ ਰਿਹਾ, ਤਾਂ ਤੁਹਾਡਾ ਵੀ ਫਰਜ਼ ਹੈ ਤੁਸੀਂ ਵੀ ਹਰ ਸਾਲ ਬੂਟੇ ਦੀ ਤਰ੍ਹਾਂ ਫਲ ਵੀ ਉਗਾਓ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਤੁਹਾਨੂੰ ਮੌਕਾ ਦੇ ਰਿਹਾ ਹੈ। ਹਾਲੇਲੂਇਆ। ਉਹ ਤਾਂ ਮੌਕਾ ਇਹਨੇ ਦੇ ਰਿਹਾ ਕਿ ਉਹਨੇ ਤਾਂ ਵਚਨ 'ਚ ਲਿਖਿਆ, ਕਹਿੰਦਾ ਦੇਖ ਤੇਰਾ ਨਾਮ ਮੇਰੇ ਹੱਥਾਂ ਦੀਆਂ ਹਥੇਲੀਆਂ ਤੇ ਲਿਖੇ ਹੋਏ ਨੇ। ਸਾਰੇ ਬੋਲੋ ਹਾਲੇਲੂਇਆ। ਉਹ ਕਹਿੰਦਾ ਕਿ ਦੁਨੀਆ ਤੈਨੂੰ ਛੱਡ ਦੇਵੇਗੀ, ਜਹਾਨ ਤੈਨੂੰ ਛੱਡ ਦੇਵੇਗਾ, ਉਹ ਤੇਰੇ ਘਰ ਵਾਲੇ, ਤੇਰੇ ਬੱਚੇ ਤੈਨੂੰ ਛੱਡ ਦੇਣਗੇ, ਪਰ ਮੈਂ ਤੈਨੂੰ ਕਦੇ ਵੀ ਨਹੀਂ ਛੱਡਾਂਗਾ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਅਗਰ ਅਸੀਂ ਫਲ ਨਾ ਦੇਈਏ, ਤਾਂ ਨਾ ਤਾਂ ਕੋਈ ਜ਼ਮੀਨ ਦੀ ਕਮੀ ਹੈ, ਨਾ ਇਹ ਲਾਉਣ ਵਾਲੇ ਦੀ ਕਮੀ ਹੈ, ਔਰ ਨਾ ਹੀ ਜੋ ਤੁਹਾਡੀ ਪਰਵਰਿਸ਼ ਕਰ ਰਿਹਾ ਹੈ, ਕਮੀ ਤੁਹਾਡੇ ਅੰਦਰ ਹੈ। ਸਾਰੇ ਬੋਲੋ ਹਾਲੇਲੂਇਆ। ਅਕਸਰ ਤੁਸੀਂ ਦੇਖਿਆ ਹੋਵੇਗਾ ਕ੍ਰਿਸਮਸ ਦੇ ਸਮੇਂ, ਜਾਂ ਆਮ ਤੁਸੀਂ ਮਾਰਕੀਟਸ ਦੇ ਵਿੱਚ ਦੇਖਿਆ ਹੋਵੇਗਾ, ਕਿਤੇ ਡੈਕੋਰੇਸ਼ਨ ਜਿੱਥੇ ਫੁੱਲਾਂ ਵਾਲੇ ਬੂਝੇ ਮਿਲਦੇ ਹੋਣ, ਆਰਟੀਫੀਸ਼ੀਅਲ, ਤਾਂ ਜਾ ਕੇ ਵੇਖਿਓ ਕਿ ਪੱਤੇ ਵੀ ਆਰਟੀਫੀਸ਼ੀਅਲ ਹੁੰਦੇ ਨੇ, ਰੁੱਖ ਵੀ ਆਰਟੀਫੀਸ਼ੀਅਲ ਹੁੰਦਾ, ਤੇ ਫਲ ਵੀ ਆਰਟੀਫੀਸ਼ੀਅਲ ਹੁੰਦੇ ਨੇ। ਪਰ ਅਗਰ ਜਿਹੜਾ ਪੌਦਾ ਅਸਲੀ ਹੋਵੇਗਾ, ਉਹਦੇ ਤੇ ਤੁਸੀਂ ਕੋਈ ਫਲ ਤੋੜ ਕੇ ਲਮਕਾ ਨਹੀਂ ਸਕਦੇ। ਤਾਂ ਫਲ ਜਿਹੜੇ ਆ ਉਹ ਪੌਦੇ ਤੋਂ ਬਾਹਰੋਂ ਨਹੀਂ, ਉਹ ਪੌਦੇ ਦੇ ਅੰਦਰੋਂ ਹੀ ਨਿਕਲਨੇ ਨੇ। ਸਾਰੇ ਬੋਲੋ ਹਾਲੇਲੂਇਆ। ਔਰ ਉਹ ਫਲ ਤੁਸੀਂ ਅਤੇ ਮੈਂ ਦੇਣੇ ਆ ਜੀ।
ਆਪਣੇ ਅੰਦਰੋਂ। ਸਾਰੇ ਬੋਲੋ ਹਾਲੇਲੂਇਆ। ਉਹ ਫਲ ਤੁਹਾਨੂੰ ਕੋਈ ਤੁਹਾਡਾ ਪਾਸਟਰ ਨਹੀਂ ਦੇਵੇਗਾ, ਉਹ ਫਲ ਤੁਹਾਨੂੰ ਕੋਈ ਮੀਟਿੰਗ ਨਹੀਂ ਦੇਵੇਗੀ, ਉਹ ਫਲ ਕੋਈ ਤੇਲ ਦਾ ਮਸਾ ਨਹੀਂ ਦੇਵੇਗਾ। ਉਹ ਫਲ ਤੁਹਾਨੂੰ ਖੁਦ ਆਪਣੇ ਅੰਦਰੋਂ ਦੇਣੇ ਪੈਣਗੇ। ਫਲ ਬੂਟੇ ਦੇ ਅੰਦਰੋਂ ਨਿਕਲਦੇ ਨੇ। ਇਹ ਨਹੀਂ ਹੈ ਕਿ ਫਲ ਬਾਹਰੋਂ ਹੀ ਬੂਟੇ ਤੇ ਲੱਗ ਜਾਂਦੇ ਆ, ਨਹੀਂ, ਉਹ ਬੂਟੇ ਦੇ ਅੰਦਰੋਂ ਨਿਕਲਦੇ ਨੇ। ਸਾਰੇ ਬੋਲੋ ਹਾਲੇਲੂਇਆ। ਰੁੱਤ ਤੇ ਨਿਕਲਦੇ ਨੇ, ਸਹੀ ਸਮੇਂ 'ਚ ਨਿਕਲਦੇ ਨੇ। ਮੇਰੇ ਭੈਣ ਤੇ ਭਰਾਓ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿੰਨੇ ਹੋ ਤੁਸੀਂ ਅੱਜ ਜੋ ਬੇਫਲ ਬੈਠੇ ਹੋਏ ਹੋ। ਤੁਹਾਨੂੰ ਲੱਗਦਾ ਹੈ ਕਿ ਬੜਾ ਸਮਾਂ ਹੋ ਗਿਆ ਮਿਹਨਤਾਂ ਕਰਦਿਆਂ ਨੂੰ, ਬਹੁਤ ਸਮਾਂ ਹੋ ਗਿਆ ਪ੍ਰਾਰਥਨਾ ਦੁਆਵਾਂ ਵਿੱਚ ਲੱਗੇ ਹੋਏ ਆ, ਪਰ ਪਰਮੇਸ਼ਵਰ ਫਲ ਨਹੀਂ ਦੇ ਰਿਹਾ। ਘਰੇ ਵੀ ਮੀਟਿੰਗ ਰੈਗੂਲਰ ਚੱਲ ਰਹੀ ਹੈ, ਪਰ ਸ਼ਾਇਦ ਫਲ ਹਜੇ ਤੱਕ ਤੁਹਾਡੇ ਅੰਦਰ ਨਹੀਂ ਹੈ। ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕੋਈ ਬੰਦਾ ਤੁਹਾਨੂੰ ਫਲ ਨਹੀਂ ਦੇ ਸਕਦਾ। ਇਹ ਤੁਹਾਡੇ ਅੰਦਰੋਂ ਹੀ ਤੁਸੀਂ ਫਲਾਂ ਨੂੰ ਕੀ ਕਰਨਾ ਹੈ? ਉਤਪੰਨ ਕਰਨਾ ਹੈ। ਸਾਰੇ ਬੋਲੋ ਹਾਲੇਲੂਇਆ। ਤੇ ਅੱਜ ਕੋਸ਼ਿਸ਼ ਕਰੋ, ਪਹਿਲਾ ਜਿਹੜਾ ਸਬਕ ਹੈ ਉਹ ਤੁਹਾਡੇ ਲਈ, ਉਹਨਾਂ ਲਈ ਹੈ ਜਿਨ੍ਹਾਂ ਦੇ ਅੰਦਰ ਫਲ ਨਹੀਂ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਆਤਮਾ ਦੇ ਫਲ, ਔਰ ਆਤਮਾ ਦੇ ਫਲਾਂ ਨੂੰ ਦੇਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਤੁਸੀਂ ਪਵਿੱਤਰ ਆਤਮਾ ਦੇ ਨਾਲ ਨਹੀਂ ਭਰੇ ਹੋਵੋਗੇ, ਅੰਨੇ ਭਾਸ਼ਾ 'ਚ ਘਰੇ ਬੈਠ ਕੇ ਚੱਲਦੇ ਫਿਰਦੇ ਉੱਠਦੇ ਪ੍ਰੇਅਰ ਨਹੀਂ ਕਰੋਗੇ, ਵਚਨ ਨੂੰ ਨਹੀਂ ਪੜੋਗੇ, ਰੈਗੂਲਰ ਮੀਟਿੰਗਸ ਤੇ ਨਹੀਂ ਆਓਗੇ, ਮੈਂ ਤੁਹਾਨੂੰ ਦੱਸਦਾ ਤੁਹਾਡੇ ਅੰਦਰ ਫਲਾਂ ਦੀ ਕਮੀ ਨਹੀਂ, ਤੁਹਾਡੇ ਅੰਦਰ ਫਲ ਹੋਣਗੇ ਨਹੀਂ। ਹਾਲੇਲੂਇਆ। ਇਸ ਲਈ ਫਲਾਂ ਨੂੰ ਅਗਰ ਲੈਣਾ ਚਾਹੁੰਦੇ ਹੋ ਕਿ ਫਲ ਮੇਰੇ ਅੰਦਰ ਉਗਰਨ, ਤਾਂ ਕੋਸ਼ਿਸ਼ ਕਰੋ ਪਵਿੱਤਰ ਆਤਮਾ ਦਾ ਮਸਾ ਆਪਣੇ ਉੱਤੇ ਆਉਣ ਦਿਓ। ਉਸ ਪਰਮੇਸ਼ਰ ਨੂੰ ਕਹੋ, ਪਰਮੇਸ਼ਵਰ ਮੇਰੇ ਅੰਦਰੋਂ ਫਲ ਨਿਕਲਣ, ਮੇਰੇ ਅੰਦਰੋਂ ਪਵਿੱਤਰ ਆਤਮਾ ਦੇ ਫਲ ਨਿਕਲਣ, ਮੇਰੇ ਅੰਦਰੋਂ ਤੇਰੇ ਕੰਮ ਹੋਣ, ਮੇਰੇ ਜੀਵਨ ਚੋਂ ਤੇਰੇ ਬੋਲੋ ਕੀ ਹੋਣ? ਕੰਮ ਹੋਣ। ਮੈਂ ਵੀ ਹੋਰਾਂ ਨੂੰ ਤੇਰਾ ਵਚਨ ਸੁਣਾਵਾਂ, ਮੇਰੇ ਦੁਆਰਾ ਵੀ ਲੋਕ ਬਚਨ, ਮੇਰੇ ਸੁਭਾਅ ਦੁਆਰਾ ਜਿਹੜੇ ਚਾਰ ਜੁੜੇ ਨੇ ਉਹ ਨਾ ਭੱਜ ਜਾਣ, ਮੇਰੀਆਂ ਗੱਲਾਂ ਦੁਆਰਾ ਜਿਹੜੇ ਚਾਰ ਚਰਚ ਨਾਲ ਜੁੜੇ ਨੇ, ਉਹ ਜਿਹੜੇ ਚਾਰ ਪ੍ਰਭੂ ਨਾਲ ਜੁੜੇ ਨੇ, ਉਹ ਵੀ ਨਾ ਭੱਜ ਜਾਣ। ਉਹ ਮੇਰੇ ਪਰਮੇਸ਼ਵਰ ਮੇਰੇ 'ਚ ਐਸੇ ਫਲ ਪੈਦਾ ਕਰ, ਐਸਾ ਮਸਾ ਦੇ, ਐਸਾ ਤੇਰੀ ਸ਼ਾਂਤੀ ਦੇ, ਐਸਾ ਪ੍ਰੇਮ ਦੇ, ਐਸਾ ਧੀਰਜ ਦੇ, ਐਸਾ ਰੂਹ ਦਾ ਮਸਾ ਦੇ, ਜਿੱਥੇ ਮੈਂ ਜਾਵਾਂ ਤੇਰਾ ਵਚਨ ਸੁਣਾਵਾਂ, ਲੋਕ ਪਰਮੇਸ਼ਵਰ ਨੂੰ ਗ੍ਰਹਿਣ ਕਰ ਲੈਣ। ਸਾਰੇ ਬੋਲੋ ਹਾਲੇਲੂਇਆ। ਇਹੋ ਜਿਹੇ ਫਲ ਤਾਂ ਪਰਮੇਸ਼ਵਰ ਚਾਹੁੰਦਾ ਤੁਹਾਡੇ ਤੇ ਮੇਰੇ ਤੋਂ। ਹੋਰ ਮੈਂ ਸੇਬ, ਕੇਲੇ ਔਰ ਖਰਬੂਜੇ ਦੀ ਗੱਲ ਥੋੜਾ ਕਰ ਰਿਹਾ। ਸਾਰੇ ਬੋਲੋ ਹਾਲੇਲੂਇਆ। ਤੁਹਾਨੂੰ ਲੱਗਦਾ ਹੋਵੇਗਾ ਕਿ ਫਲ ਚੱਲ ਰਹੇ ਆ। ਇੱਕ ਵਾਰੀ ਇੱਕ ਜਗ੍ਹਾ ਤੇ ਮੀਟਿੰਗ ਚੱਲ ਰਹੀ ਸੀ ਪਿਛਲੇ ਸਮੇਂ ਏਕਤਾ ਨਗਰ ਦੇ ਵਿੱਚ, ਤੇ ਮੈਂ ਉਹਨਾਂ ਨੂੰ ਆਖਿਆ ਆਤਮਾ ਦੇ ਫਲ, ਤੇ ਇੱਕ ਭੈਣ ਬੋਲੀ ਕੇਲਾ। ਮੈਂ ਨਹੀਂ ਜੀ ਆਤਮਾ ਦੇ ਫਲ। ਉਹ ਇੱਕ ਦੂਜੇ ਬੋਲੇ ਕਹਿੰਦੀ ਹਾਂ ਠੀਕ ਹੈ ਸੇਬ। ਮੈਂ ਨਹੀਂ ਜੀ, ਮੈਂ ਖਾਣ ਵਾਲੇ ਫਲਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਫਲਾਂ ਦੀ ਗੱਲ ਕਰ ਰਿਹਾ ਜੋ ਪਰਮੇਸ਼ਵਰ ਤੁਹਾਡੇ ਅੰਦਰ ਦੇਖਣਾ ਚਾਹੁੰਦੇ ਨੇ। ਸਾਰੇ ਬੋਲੋ ਹਾਲੇਲੂਇਆ। ਉਹ ਆਤਮਾ ਦੇ ਫਲ ਨੇ, ਉਹ ਸਰੀਰਕ ਫਲ ਨਹੀਂ ਹੋ ਸਕਦੇ, ਉਹ ਆਤਮਾ ਦੇ ਫਲ ਨੇ। ਔਰ ਬਿਨਾਂ ਪਰਮੇਸ਼ਵਰ ਦਾ ਆਤਮਾ ਪਾਏ ਤੁਸੀਂ ਆਤਮਾ ਦੇ ਫਲਾਂ ਨੂੰ ਕਦੇ ਵੀ ਆਪਣੇ ਅੰਦਰ ਉਤਪੰਨ ਕਰ ਨਹੀਂ ਸਕਦੇ। ਔਰ ਮੈਂ ਤੁਹਾਨੂੰ ਦੱਸਾਂ, ਇਹ ਕੋਈ ਹੀਲਿੰਗ, ਇਹ ਕੋਈ ਹੀਲਿੰਗ ਮੀਟਿੰਗ, ਕੋਈ ਅਨੋਇੰਟਿੰਗ ਮੀਟਿੰਗ, ਕੋਈ ਕਰੂਸਾਈਡ ਤੁਹਾਨੂੰ ਫਲਾਂ ਨੂੰ ਨਹੀਂ ਵੰਡਣਗੇ। ਹਾਲੇਲੂਇਆ। ਉਹ ਤਾਂ ਤੁਹਾਨੂੰ ਦੱਸਣਗੇ ਕਿ ਤੂੰ ਕਿਵੇਂ ਫਲ ਲੈ ਕੇ ਆ ਸਕਦਾ ਹੈ। ਉਹ ਤਾਂ ਤੁਹਾਨੂੰ ਪਰਮੇਸ਼ਵਰ ਦੇ ਦਾਸ ਦੱਸਣਗੇ ਤੂੰ ਕਿਵੇਂ ਫਲ ਦੇ ਸਕਦਾ ਹੈ, ਤੂੰ ਕਿਵੇਂ ਜ਼ਿਆਦਾ ਫਲ ਦੇ ਸਕਦਾ ਹੈ, ਤੂੰ ਕਿਵੇਂ ਆਪਣੇ ਆਪ ਨੂੰ ਫਲਾਂ ਦੇ ਵਿੱਚ ਵਧਾ ਸਕਦਾ ਹੈ। ਕੋਈ ਵੀ ਇਨਸਾਨ, ਕੋਈ ਵੀ ਪਾਸਟਰ ਤੁਹਾਨੂੰ ਫਲ ਨਹੀਂ ਦੇ ਸਕਦਾ। ਮੈਂ ਸਿੱਧਾ ਅੱਗੇ ਦੱਸਿਆ ਹੋਇਆ, ਆਰਟੀਫੀਸ਼ੀਅਲ ਫਲ ਲਮਕਾਉਂਗੇ, ਉਹ ਕੁਝ ਦਿਨਾਂ ਬਾਅਦ ਕੀ ਹੋ ਜਾਣਗੇ? ਡਿੱਗ ਜਾਣਗੇ। ਪਰ ਜਿਹੜਾ ਫਲ ਤੁਹਾਡੇ ਅੰਦਰੋਂ ਪਰਮੇਸ਼ਵਰ ਤੁਹਾਡੇ ਉਤਪੰਨ ਕਰੇਗਾ, ਉਹ ਡਿੱਗੇਗਾ ਨਹੀਂ। ਸਾਰੇ ਬੋਲੋ ਹਾਲੇਲੂਇਆ। ਉਹ ਬਣਿਆ ਰਹੇਗਾ।
ਪਹਿਲੀ ਚੀਜ਼ ਪਰਮੇਸ਼ਵਰ ਤੁਹਾਡੇ ਤੋਂ ਕੀ ਚਾਹੁੰਦਾ ਹੈ? ਫਲ। ਪਰਮੇਸ਼ਵਰ ਤੁਹਾਡੇ ਤੋਂ ਕੀ ਚਾਹੁੰਦਾ ਹੈ? ਕੋਸ਼ਿਸ਼ ਸੁਣ ਰਹੇ ਹੋ, ਬਾਕੀ ਨਹੀਂ ਸੁਣ ਰਹੇ। ਪਰਮੇਸ਼ਵਰ ਬੋਲੋ ਮੇਰੇ ਤੋਂ ਫਲ ਚਾਹੁੰਦਾ ਹੈ। ਹਾਲੇਲੂਇਆ। ਕਿਹੜੇ ਫਲ? ਆਤਮਾ ਦੇ ਫਲ। ਕਿਹੜੇ ਫਲ? ਆਤਮਾ ਦੇ ਫਲ। ਸਾਰੇ ਬੋਲੋ ਹਾਲੇਲੂਇਆ। ਦੂਸਰੀ ਚੀਜ਼ ਲੇਵੀਆ ਵਿਵਸਥਾ ਉਸ ਦੀ 19 ਦੀ 23 ਤੋਂ 24। ਬਹੁਤ ਲੋਕ ਨੇ ਜੋ ਪਰਮੇਸ਼ਵਰ 'ਚ ਚੱਲਦੇ ਹੋਏ ਫਲ ਦੇ ਰਹੇ ਨੇ, ਔਰ ਬਹੁਤ ਲੋਕ ਨੇ ਜੋ ਪਰਮੇਸ਼ਵਰ 'ਚ ਚੱਲਦੇ ਹੋਏ ਕੋਈ ਵੀ ਫਲ ਦੇ ਨਹੀਂ ਰਹੇ। ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਬਾਗਵਾਨ ਦੇ ਕੋਲੇ ਮਾਲਿਕ ਆਇਆ ਔਰ ਕਹਿੰਦਾ ਕਿ ਮੈਂ ਪਿਛਲੇ 3 ਸਾਲਾਂ ਤੋਂ ਦੇਖ ਰਿਹਾ ਇਹਨੇ ਕੋਈ ਵੀ ਫਲ ਨਹੀਂ ਦਿੱਤਾ, ਔਰ ਬਾਗਵਾਨ ਨੇ ਰਿਕਵੈਸਟ ਕੀਤੀ ਕਿ ਤੁਸੀਂ 1 ਸਾਲ ਹੋਰ ਦੇ ਦਿਓ। ਸਾਰੇ ਬੋਲੋ ਹਾਲੇਲੂਇਆ। 3 ਸਾਲ ਬਹੁਤ ਹੁੰਦੇ ਆ ਜੀ, ਉਹ 36 ਮਹੀਨੇ ਆਉਂਦੇ ਆ। ਹਾਲੇਲੂਇਆ। ਬਹੁਤ ਹੁੰਦੇ ਆ 3 ਸਾਲ ਇੱਕ ਵਿਸ਼ਵਾਸੀ ਦੇ ਲਈ। ਆਓ ਅਸੀਂ ਇੱਕ ਹੋਰ ਵਚਨ ਜਲਦੀ ਪੜੋ, ਲੇਵੀਆ ਵਿਵਸਥਾ 19 ਦੀ 23 ਤੋਂ 24। ਅਤੇ ਜਾਂ ਤੁਸੀਂ ਉਸ ਦੇਸ਼ ਵਿੱਚ ਆਓ। ਹਾਂਜੀ, ਉੱਥੇ ਲਿਖਿਆ ਜਦੋਂ ਤੁਸੀਂ ਉਸ ਦੇਸ਼ ਵਿੱਚ ਆਓ ਅਤੇ ਭਾਂਤ ਭਾਂਤ ਦੇ ਬੂਟਿਆਂ ਨੂੰ ਖਾਣ ਲਈ ਲਾਓ। ਭਾਂਤ ਭਾਂਤ ਦੇ ਬੂਟਿਆਂ ਨੂੰ ਖਾਣ ਦੇ ਲਈ ਲਾਓ। ਤੁਸੀਂ ਉਹਨਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ। ਅਸੁੰਨਤੀ ਸਮਝਣਾ। ਉਹ 3 ਵਰਿਆਂ ਤਾਈਂ। ਕਿੰਨੇ ਵਰਿਆਂ ਤਾਈਂ? ਬੋਲੋ 3 ਵਰਿਆਂ ਤਾਈਂ। 3 ਵਰਿਆਂ ਤਾਈਂ ਤੁਹਾਡੇ ਲਈ ਅਸੁੰਨਤੀ ਜਿਹੇ ਹੋਵੇ। ਤੁਹਾਡੇ ਲਈ ਅਸੁੰਨਤੀ ਜਿਹੇ ਹੋਣ। ਉਹ ਖਾਦਾ ਨਾ ਜਾਏ। ਉਹ ਖਾਦਾ ਨਾ ਜਾਏ। ਕਿੰਨੇ ਸਾਲ? 3 ਸਾਲ। ਸਾਰੇ ਬੋਲੋ ਹਾਲੇਲੂਇਆ। ਪਹਿਲਾ ਅਸੀਂ ਬੂਝਾ ਦੇਖਿਆ ਜੋ ਲਗਾਤਾਰ 3 ਸਾਲ ਮਾਲਿਕ ਉਹਦੇ ਕੋਲੇ ਆਉਂਦੇ ਰਹੇ ਪਰ ਉਹਨੇ ਕੋਈ ਵੀ ਫਲ ਨਹੀਂ ਦਿੱਤਾ। ਪਹਿਲੇ ਸਾਲ, ਦੂਸਰੇ ਸਾਲ और तीसरे साल। पर इस जगह पे दूसरा एक बूटा है, जबरदस्त विश्वासी, जबरदस्त एल्डर नहीं मान लो, विश्वासी कह लो। एल्डर 3 साल 4 साल बाद आप कह सकते हैं। हालेलुया। तो की दे रहा जी? फल दे रहा है, वचन सीख रहा है, आत्मा च भर गया। और पहले साल, दूसरे साल और तीसरे साल उन्हें फल देना की कर देता, शुरू कर देता। बहुत मेरे भैन भरा कई तेज ने। तेज का मतलब वो दूजे तेज नहीं। हालेलुया। तेज का मतलब चीज़ों को कैच करने वाले। हालेलुया। सीखण वाले। हालेलुया। और वो पहले सालों तो की देना शुरू कर देंगे, फल देना शुरू कर देंगे। पर इस जगह ते ध्यान दे नाल बाइबल नूं पढ़ो, उत्ते लिखिया तुसीं पहले 3 साल उन्हां दे फलां नूं ना खाओ। ਉਹਨਾਂ ਦੇ ਫਲ ਨਾ ਖਾਦੇ ਜਾਣ। ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਪਰਮੇਸ਼ਵਰ ਤੁਹਾਨੂੰ ਸਿਖਾ ਰਿਹਾ, ਪਵਿੱਤਰ ਆਤਮਾ ਤੁਹਾਨੂੰ ਸਿਖਾਏਗੀ, ਤੁਹਾਨੂੰ ਆਪਣੇ ਪਾਸਟਰ ਦੇ ਦੁਆਰਾ ਸਿਖਾਏਗੀ, ਵਚਨ ਦੇ ਦੁਆਰਾ ਸਿਖਾਏਗੀ, ਮੀਟਿੰਗਸ ਦੇ ਦੁਆਰਾ ਤੁਹਾਨੂੰ ਸਿੱਖਣ ਨੂੰ ਮੌਕਾ ਮਿਲੇਗਾ। ਕੋਸ਼ਿਸ਼ ਕਰੋ ਜੇ ਫਲ ਲਾ ਰਹੇ ਹੋ ਪਹਿਲੇ ਸਾਲ ਉਹਨਾਂ ਫਲਾਂ ਨੂੰ, ਉੱਥੇ ਲਿਖਿਆ ਬੂਝੇ ਤੇ ਹੀ ਰਹਿਣ ਦਿਓ, ਉਹਨਾਂ ਨੂੰ ਨਾ ਤੋੜਿਆ ਜਾਵੇ। ਹਾਲੇਲੂਇਆ। ਦੂਸਰੇ ਸਾਲ ਵੀ ਉਹਨਾਂ ਫਲਾਂ ਨੂੰ ਬੂਝੇ ਤੇ ਰਹਿਣ ਦਿੱਤਾ ਜਾਵੇ, ਬੂਟੇ ਤੇ ਰਹਿਣ ਦਿੱਤਾ ਜਾਵੇ, ਉਹਨਾਂ ਨੂੰ ਨਾ ਤੋੜਿਆ ਜਾਵੇ। ਤੀਸਰੇ ਸਾਲ ਵੀ ਉਹਨਾਂ ਫਲਾਂ ਨੂੰ ਬੂਟੇ ਤੇ ਰਹਿਣ ਦਿੱਤਾ ਜਾਵੇ ਔਰ ਨਾ ਤੋੜਿਆ ਜਾਵੇ। ਸਾਲ ਹੋਣ ਤੋਂ ਬਾਅਦ ਜਦੋਂ ਲੱਗਦਾ ਕਿ ਕਾਫੀ ਸਮਾਂ ਹੋ ਗਿਆ ਹੁਣ ਤਾਂ ਬਚਨ ਸਿੱਖਦੇ ਨੂੰ, ਹੁਣ ਤਾਂ ਕਿਸੇ ਨਾ ਕਿਸੇ ਨੂੰ ਇੱਕ ਵਾਰੀ ਸੁਣਾ ਹੀ ਦੇਵਾਂ। ਹਾਲੇਲੂਇਆ। ਤਾਂ ਬਾਈਬਲ ਦੱਸ ਰਹੀ ਹੈ ਸਮਾਂ ਨੂੰ ਵੇਟ ਕਰੋ। ਔਰ ਉੱਥੇ ਕਿੰਨੇ ਸਾਲ ਦਾ ਪੀਰੀਅਡ ਹੈ? 3 ਸਾਲ। ਇਸ ਲਈ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾ ਸੁਣ ਰਹੇ ਹੋ, ਕੋਸ਼ਿਸ਼ ਕਰੋ ਅਗਰ 3 ਸਾਲ ਤੋਂ ਚਰਚ ਆ ਰਹੇ ਹੋ, 2 ਸਾਲਾਂ ਤੋਂ ਚਰਚ ਆ ਰਹੇ ਹੋ, ਸਾਲ ਤੋਂ ਚਰਚ ਆ ਰਹੇ ਹੋ, ਔਰ ਅਗਰ ਫਲ ਤੁਹਾਡੇ ਜੀਵਨ ਚ ਨੇ ਤਾਂ ਸਬਰ ਨਾਲ ਵਚਨ ਨੂੰ ਸੁਣਦੇ ਔਰ ਸਿੱਖਦੇ ਰਹੋ। ਸਾਰੇ ਬੋਲੋ ਹਾਲੇਲੂਇਆ। ਫਲਾਂ ਨੂੰ ਦਿੰਦੇ ਰਹੋ ਪਰ ਉਹ ਸਿਰਫ ਆਪਣੇ ਲਈ ਰੱਖੋ। ਸਾਰੇ ਬੋਲੋ ਹਾਲੇਲੂਇਆ। ਜਿਹੜੇ ਪਹਿਲੇ 3 ਸਾਲ ਹੁੰਦੇ ਆ ਜਦੋਂ ਅਸੀਂ ਸਿੱਖ ਰਹੇ ਆ, ਆਤਮਾ ਚ ਭਰ ਰਹੇ ਆ, ਅਭਿਸ਼ੇਕ ਚ ਭਰ ਰਹੇ ਆ, ਤਾਂ ਕੋਸ਼ਿਸ਼ ਕਰੋ ਉਹਨਾਂ ਨੂੰ ਆਪਣੇ ਕੋਲੇ ਰੱਖਣ ਰਹਿਣ ਦਿਓ। ਨਾ ਕੋਸ਼ਿਸ਼ ਕਰੋ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਨ ਦੀ। ਹਾਲੇਲੂਇਆ।
मैं नहीं कह रहा जी, ये बाइबल कह रही है। मैं ਜਦੋਂ ਇਹ ਵਚਨ ਨੂੰ ਪੜ੍ਹ ਰਿਹਾ ਸੀ, ਮੈਂ ਜਦੋਂ 3 ਸਾਲਾਂ ਦੀ ਗੱਲ ਸੁਣੀ ਤਾਂ ਮੈਂ ਸੋਚਿਆ ਠੀਕ ਹੈ, ਤਾਂ ਹੀ BA 3 ਸਾਲਾਂ ਦੀ ਹੁੰਦੀ ਹੈ। ਸਹੀ ਹੈ ਕਿ ਗਲਤ ਹੈ? ਕਿੰਨੇ ਸਾਲਾਂ ਦੀ ਹੁੰਦੀ ਹੈ? 3 ਸਾਲਾਂ ਦੀ। ਟੌਪ ਤੋਂ ਟੌਪ ਦਾ ਕੋਰਸ ਕਿੰਨੇ ਸਾਲਾਂ ਦਾ ਹੁੰਦਾ ਹੈ? 3 ਸਾਲਾਂ ਦਾ। ਤੇ ਸਭ ਤੋਂ ਵਧੀਆ 4 ਸਾਲਾਂ ਦਾ ਵੀ ਹੁੰਦਾ। ਔਰ ਉੱਥੇ ਲਿਖਿਆ ਚੌਥੇ ਸਾਲ ਵੀ, ਚੌਥੇ ਸਾਲ ਤੁਸੀਂ ਫਲ ਕੀ ਕਰ ਸਕਦੇ ਹੋ? ਦੇ ਸਕਦੇ ਹੋ। ਤਾਂ ਹੀ 3 ਸਾਲਾਂ ਦੀ ਥਿਉਰੀ ਹੁੰਦੀ ਹੈ ਤੇ ਚੌਥਾ ਸਾਲ ਇੰਟਰਨਸ਼ਿਪ ਹੁੰਦਾ। ਸਾਰੇ ਬੋਲੋ ਹਾਲੇਲੂਇਆ। ਉਹ ਦੇਖੋ ਜੀ, ਟੈਕਨੀਕਲੀ ਵੀ ਇਹੀ ਕੁਝ ਚੱਲ ਰਿਹਾ ਔਰ ਚਰਚ ਵਿੱਚ ਵੀ ਇਹੀ ਕੁਝ ਚੱਲ ਰਿਹਾ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਵੀ ਇਹੀ ਚਾਹੁੰਦਾ ਹੈ, ਮੇਰੀ ਬੇਟੀ, ਮੇਰਾ ਬੇਟਾ। ਸਾਨੂੰ ਕਈ ਵਾਰ ਲੱਗਦਾ ਹੈ, ਮੈਂ ਆਪਣੇ ਸਮੇਂ ਮੈਂ ਇੱਕ ਛੋਟੀ ਚਰਚ ਨਾਲ ਜੁੜਿਆ ਹੋਇਆ ਸੀ ਔਰ ਉਸ ਚਰਚ ਦਾ ਪਾਦਰੀ ਇੰਨਾ ਜ਼ਿਆਦਾ ਵਧੀਆ ਵਚਨ ਮੇਰੇ ਸਾਹਮਣੇ ਨਹੀਂ ਸੁਣਾ ਰਿਹਾ ਸੀ। ਔਰ ਮੈਨੂੰ ਮੌਕਾ ਮਿਲ ਜੇ ਮੈਂ ਇੱਕਦਮ ਚੱਕ ਦੇਣਾ ਫੱਟੇ, ਮੈਂ ਇਧਰੋਂ ਆਏ ਹੋਣਗੇ ਤੇ ਉਧਰੋਂ ਹੋ ਜਾਣਗੇ ਤਾਂ ਹਾਲੇਲੂਇਆ। ਪਰ ਮੈਨੂੰ 3 ਸਾਲ ਮੌਕਾ ਨਹੀਂ ਦਿੱਤਾ। ਹਾਲੇਲੂਇਆ। ਪਰ ਮੈਂ ਪ੍ਰਭੂ ਦਾ ਕੀ ਕਰਦਾ, ਧੰਨਵਾਦ ਕਰਦਾ। ਹਾਲੇਲੂਇਆ। ਮੌਕਾ ਮਿਲ ਜਾਂਦਾ, ਜੇ ਇੱਕ ਬੰਦਾ ਵੀ ਬਦਲ ਜਾਂਦਾ ਤਾਂ ਮੈਂ ਹਵਾ 'ਚ ਆ ਜਾਣਾ ਸੀ। ਹਾਲੇਲੂਇਆ। ਔਰ ਮੈਂ ਇੱਥੇ ਨਾ ਹੋਣਾ, ਇੱਥੇ ਨਹੀਂ ਹੋਣਾ ਸੀ। ਪਰ ਪ੍ਰਭੂ ਦਾ ਧੰਨਵਾਦ ਹੈ, ਸਾਡੇ ਪਿਤਾ, ਸਾਡੇ ਲੀਡਰਸ, ਸਾਡੀ ਚਰਚ ਔਰ ਪਰਮੇਸ਼ਰ ਦਾ ਕਲਾਮ ਇਹ ਸਿਖਾਉਂਦਾ, ਮੇਰੀ ਬੇਟੀ, ਮੇਰੇ ਬੇਟੇ, ਸਬਰ ਨਾਲ ਚੱਲ। ਸਾਰੇ ਬੋਲੋ ਹਾਲੇਲੂਇਆ। ਜਿੰਨੀ ਛੇਤੀ ਤੁਸੀਂ ਸਟੇਜ ਤੇ ਆਓਗੇ ਨਾ, ਉਨੀ ਛੇਤੀ ਥੱਲੇ ਉਤਰ ਜਾਓਗੇ। ਹਾਂ, ਸਹੀ ਹੈ ਗੱਲ। ਹਾਲੇਲੂਇਆ। ਪਰ ਜਿੰਨੀ ਆਰਾਮ ਨਾਲ, ਸਬਰ ਨਾਲ ਤੁਸੀਂ ਪਰਮੇਸ਼ਰ ਦਾ ਕੰਮ ਕਰੋਗੇ, ਜਿੰਨਾ ਸਬਰ ਤੁਸੀਂ, ਅਗਰ ਬੱਚਾ ਨਹੀਂ ਹੋ ਰਿਹਾ ਉਹਨਾਂ ਰੱਖੋਗੇ, ਮੈਰਿਜ ਨਹੀਂ ਹੋ ਰਹੀ, ਸਬਰ ਰੱਖ ਰਹੇ ਹੋ, ਘਰ ਨਹੀਂ ਹੈਗਾ, ਸਬਰ ਰੱਖ ਰਹੇ ਹੋ, ਤੁਹਾਡੇ ਕੋਲੇ ਕੋਈ ਚੀਜ਼ ਨਹੀਂ ਹੈਗੀ, ਉਹਦਾ ਸਬਰ ਰੱਖ ਰਹੇ ਹੋ। ਇਹ ਗੱਲ ਮੇਰੀ ਯਾਦ ਰੱਖਿਓ, ਬਾਈਬਲ ਭਰੀ ਹੋਈ ਹੈ ਇਹੋ ਜਿਹੀਆਂ ਕਹਾਣੀਆਂ ਦੇ ਨਾਲ। ਧੰਨ ਆ ਉਹ ਲੋਕ ਜਿਨ੍ਹਾਂ ਨੇ ਕੀ ਰੱਖਿਆ? ਸਬਰ ਰੱਖਿਆ। ਸਾਰੇ ਬੋਲੋ ਹਾਲੇਲੂਇਆ। ਮੈਂ ਇੱਕ ਦਿਨ ਪਰਮੇਸ਼ਰ ਦੇ ਦਾਸ ਦੀ ਗਵਾਹੀ ਸੁਣ ਰਿਹਾ ਸੀ। ਉਹ ਇੰਜੀਨੀਅਰ ਸੀ ਔਰ ਇੰਜੀਨੀਅਰ ਹੋਣ ਤੋਂ ਬਾਅਦ ਪਰਮੇਸ਼ਰ ਦੇ ਇੱਕ ਲੀਡਰਸ ਨੇ ਉਹਨਾਂ ਨੂੰ ਕਿਹਾ, ਬੱਚੇ ਤੂੰ ਚਰਚ ਆਇਆ ਕਰ, ਤੇਰੀਆਂ ਸਾਰੀਆਂ ਮੁਸ਼ਕਲਾਂ ਕੀ ਹੋ ਜਾਣਗੀਆਂ? ਹੱਲ ਹੋ ਜਾਣਗੀਆਂ। ਤੇ ਬੰਦਾ ਦੱਸ ਰਿਹਾ, ਕਹਿੰਦਾ ਮੈਂ ਇੰਜੀਨੀਅਰ, ਕੰਪਿਊਟਰ ਇੰਜੀਨੀਅਰ, ਹਾਰਡਵੇਅਰ ਐਂਡ ਸੌਫਟਵੇਅਰ ਦਾ ਮੈਂ ਟੌਪ ਦਾ ਇੰਜੀਨੀਅਰ, ਮਾਰਕੀਟ 'ਚ ਟੌਪ ਦਾ ਮੇਰਾ ਨਾਮ, ਤੇ ਮੇਰੇ ਪਾਲਿਸ਼ ਵਾਲੇ ਬੂਟ ਪਾਏ ਹੋਣੇ ਤੇ ਮੇਰਾ ਕੋਟ ਪਾਇਆ ਹੋਣਾ, ਟਾਈ ਪਾਈ ਹੋਣੀ, ਤੇ ਪਾਦਰੀ ਸਾਹਿਬ ਨਾਲ ਮੈਂ ਦਰੀਆਂ ਝਾੜ ਰਿਹਾ। ਕੀ ਝਾੜ ਰਿਹਾ? 3 ਸਾਲ ਦਰੀਆਂ ਝਾੜੀਆਂ ਔਰ ਫਿਰ ਪਾਦਰੀ ਸਾਹਿਬ ਨੇ ਮੇਰੀ ਪ੍ਰਮੋਸ਼ਨ ਕਰਤੀ। ਹੁਣ ਬੇਟੇ ਬਾਥਰੂਮ ਵੀ ਸਾਫ਼ ਕਰਿਆ ਕਰ। ਔਰ ਇਹ ਕਿੰਨੇ ਸਾਲ ਚੱਲਿਆ? 13 ਸਾਲ। ਕਿੰਨੇ ਸਾਲ? 13 ਸਾਲ। ਤੇ ਉਹ ਕਹਿੰਦਾ ਮੈਂ 13 ਸਾਲ ਜਦੋਂ ਇਹ ਕੰਮ ਕੀਤੇ ਤਾਂ ਫਿਰ ਮੈਨੂੰ ਫੋਨ ਵੀ ਆਇਆ, ਤੂੰ ਸਭ ਤੋਂ ਵਫਾਦਾਰ ਹੈ। ਹਾਲੇਲੂਇਆ। ਤੈਨੂੰ ਮੈਂ ਆਪਣੀ ਅਗਲੀ ਪੋਜੀਸ਼ਨ ਦੇਣਾ ਚਾਹੁੰਦਾ। ਸਾਰੇ ਬੋਲੋ ਹਾਲੇਲੂਇਆ। ਮੇਰੇ ਭੈਣੋ ਤੇ ਭਰਾਵੋ, ਇਹ ਹੈ ਖੁਦਾ ਦੀ ਚੋਣ, ਇਹ ਹੈ ਉਹਦੀ ਯੋਜਨਾ ਤੁਹਾਡੇ ਲਈ। ਸਾਰੇ ਬੋਲੋ ਹਾਲੇਲੂਇਆ। ਉਹ ਚਾਹੁੰਦਾ ਹੈ, ਉਹ ਚਾਹੁੰਦਾ ਤੁਸੀਂ ਫਲ ਦਿਓ। ਬਾਈਬਲ 'ਚ ਲਿਖਿਆ, ਮਤੀ ਦੇ ਵਿੱਚ ਲਿਖਿਆ ਹੈ, ਮੈਂ ਚਾਹੁੰਦਾ ਤੁਸੀਂ ਬਹੁਤਾ ਫਲ ਦਿਓ। ਸਾਰੇ ਬੋਲੋ ਹਾਲੇਲੂਇਆ। ਪਰ 3 ਸਾਲ ਉਸ ਫਲ ਨੂੰ ਕੀ ਕਰੋ? ਸੰਭਾਲ ਕੇ ਰੱਖੋ। 3 ਸਾਲ ਉਹਨਾਂ ਦੁਆਵਾਂ ਪ੍ਰਾਰਥਨਾ ਨੂੰ ਜੋ ਕਰ ਰਹੇ ਹੋ ਆਪਣੇ ਕੋਲੇ ਸੰਭਾਲ ਕੇ ਰੱਖੋ। ਹੱਥਾਂ ਲੋਕਾਂ ਤੇ ਤੇਲ ਲਾ ਕੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਨਾ ਕਰੋ। ਦੁਸ਼ਟ ਆਤਮਾ ਕੱਢਣ ਦੀ ਕੋਸ਼ਿਸ਼ ਨਾ ਕਰੋ। ਸਾਰੇ ਬੋਲੋ ਹਾਲੇਲੂਇਆ। ਮੈਂ ਜਦੋਂ ਹਿਮਾਚਲ ਵਿੱਚ ਸੀ ਤਾਂ ਮੈਂ ਖੁਦ ਇਹ ਚੀਜ਼ਾਂ ਦੇਖੀਆਂ ਕਿ ਕਈ ਮੇਰੇ ਦੋਸਤ ਸੀ ਨਾਲ, ਜਿਨ੍ਹਾਂ ਨੂੰ ਸਾਲ ਵੀ ਨਹੀਂ ਹੋਇਆ ਪ੍ਰਭੂ ਵਿੱਚ ਆਏ, 2 ਸਾਲ ਵੀ ਨਹੀਂ ਹੋਏ ਪ੍ਰਭੂ ਵਿੱਚ ਆਏ, ਔਰ ਇਹ ਸਭ ਕੰਮ ਕਰ ਰਹੇ ਸੀ। ਔਰ ਦੇਖਿਆ ਕਿ 10 ਦਿਨ ਸਾਡਾ, ਅਗਰ 15 ਦਿਨਾਂ ਦਾ ਟੂਰ ਸੀ, ਉਹਨਾਂ 15 ਦਿਨਾਂ ਦੇ ਵਿੱਚੋਂ ਸਿਰਫ 2 ਦਿਨ ਉਹ ਸਾਡੇ ਨਾਲ ਜਾ ਪਾਏ, 10 ਦਿਨ ਉਹਨੂੰ ਲੂਜ਼ ਮੋਸ਼ਨ ਲੱਗੇ ਰਹੇ। ਸਹੀ ਹੈ ਗੱਲ। ਔਰ ਉਹਨਾਂ ਦਾ ਸਾਰਾ ਪੈਸਾ ਜੋ ਅਮਰੀਕਾ ਤੋਂ ਵਿਚਾਰੇ ਟੂਰ ਤੇ ਆਏ ਸੀ ਕਿ ਮੈਂ 12 ਦਿਨ ਮਿਨਿਸਟਰੀ ਕਰਾਂਗਾ, ਮੈਂ 15 ਦਿਨ ਲੋਕਾਂ ਦੀ ਸੇਵਾ ਕਰਾਂਗਾ, ਉਹ ਸਾਰੇ 15 ਦਿਨ ਉਹਨਾਂ ਦੇ ਬੈੱਡ ਤੇ ਪਏ ਉੱਥੇ। ਔਰ ਟਿਕਟ ਲੈ ਕੇ ਉਹਨਾਂ ਨੂੰ ਸਿੱਧਾ ਵਾਪਸ ਫਿਰ ਆਪਣੇ ਦੇਸ਼ ਖਾਲੀ ਵਾਪਸ ਜਾਣਾ ਪਿਆ। ਕਿਉਂਕਿ ਮਰਜ਼ੀਆਂ ਦੇ ਨਾਲ ਪ੍ਰਾਰਥਨਾਵਾਂ ਕੀਤੀਆਂ, ਰੂਹ ਦੇ ਨਾਲ ਨਹੀਂ ਕੀਤੀ। ਸਾਰੇ ਬੋਲੋ ਹਾਲੇਲੂਇਆ। ਇਸ ਲਈ ਪਹਿਲੇ 3 ਸਾਲ ਅਗਰ ਫਲ ਦੇ ਰਹੇ ਹੋ ਤਾਂ ਉਹ ਫਲ ਕੀ ਰੱਖਣਾ ਹੈ? ਹੁੰਦਾ ਹੈ। ਮੈਨੂੰ ਬੜਾ ਹੋਇਆ ਸੀ ਆਪਦੇ ਸਮੇਂ 'ਚ। ਹਾਲੇਲੂਇਆ। ਸਾਡੇ ਇੱਕ ਮੇਰੇ ਸਰਕਲ 'ਚ, ਹੁਣ ਪਿੱਛੇ ਜੇ ਸਰਕਲ 'ਚ ਬੜੀ ਗੜਬੜੀ ਹੋਈ ਸੀਗੀ।
ਸਾਡਾ ਸਰਕਲ ਜੋ ਪੁਰਾਣਾ ਸਰਕਲ ਉਹਨਾਂ 'ਚ ਬੜੀ ਗੜਬੜੀ ਹੋਈ, ਉਹਨਾਂ ਦੀਆਂ ਬੜੀਆਂ ਸ਼ਿਕਾਇਤਾਂ ਸੀ, ਇਹ ਨਹੀਂ ਹੋ ਰਿਹਾ ਪਾਸਟਰ ਜੀ, ਉਹ ਨਹੀਂ ਹੋ ਰਿਹਾ ਪਾਸਟਰ ਜੀ, ਸਾਨੂੰ ਆਹ ਨਹੀਂ ਮਿਲ ਰਿਹਾ ਪਾਸਟਰ ਜੀ, ਸਾਨੂੰ ਉਹ ਨਹੀਂ ਮਿਲ ਰਿਹਾ ਪਾਸਟਰ ਜੀ, ਹੁਣ ਅਸੀਂ ਇੱਧਰ ਚਲੇ ਜਾਵਾਂਗੇ, ਹੁਣ ਅਸੀਂ ਉੱਧਰ ਚਲੇ ਜਾਵਾਂਗੇ। ਮੈਂ ਕਿਹਾ ਜੋ ਰੱਬ ਦੇ ਦਾਸ ਤੁਹਾਨੂੰ ਕਹਿ ਰਹੇ ਨੇ ਪਾਸਟਰ ਜੋਰਜ ਜੀ, ਉਹਨਾਂ ਗੱਲਾਂ ਤੇ ਖੜੇ ਰਹੋ। ਅੱਜ ਨਹੀਂ ਪਤਾ ਲੱਗਦਾ, ਕੁਝ ਸਮੇਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਜੋ ਡਿਸੀਜਨ ਅਸੀਂ ਲੈ ਰਹੇ ਹਾਂ, ਜੋ ਭੱਜ ਦੌੜ ਅਸੀਂ ਆਪਣੇ ਪਾਸਟਰ ਨੂੰ ਛੱਡ ਕੇ ਕਰ ਰਹੇ ਹਾਂ, ਉਹ ਗਲਤ ਹੈ। ਔਰ ਅਸੀਂ ਉਹਨਾਂ ਲਈ ਕੀ ਕਰ ਰਹੇ ਸੀ, ਲਗਾਤਾਰ ਕੀ ਕਰ ਰਹੇ ਸੀ, ਦੁਆਵਾਂ ਕਰ ਰਹੇ ਸੀ। ਔਰ ਪ੍ਰਭੂ ਦਾ ਧੰਨਵਾਦ ਹੈ, ਉਹ ਵਾਪਸ ਆਪਣੀ ਜ਼ਮੀਨ ਜਿੱਥੇ ਉਹਨਾਂ ਨੂੰ ਪਰਮੇਸ਼ਰ ਨੇ ਕੀ ਕੀਤਾ ਸੀ, ਲਗਾਇਆ ਸੀ, ਚਲੇ ਗਏ। ਸਾਰੇ ਬੋਲੋ ਹਾਲੇਲੂਇਆ। ਮੇਰੇ ਭੈਣੋ ਤੇ ਭਰਾਓ, ਇੱਕ ਗੱਲ ਮੇਰੀ ਯਾਦ ਰੱਖਿਓ, ਜਿਹੜੀ ਜ਼ਮੀਨ 'ਚ ਤੁਸੀਂ ਲੱਗੇ ਹੋ ਨਾ, ਉਸੇ 'ਚ ਲੱਗੇ ਰਹੋ। ਫਲ ਭਾਵਾਂ ਦੀ ਨਹੀਂ ਦੇ ਰਹੇ ਨਾ, ਪਰ ਮੌਕਾ ਤੁਹਾਨੂੰ ਜ਼ਰੂਰ ਮਿਲੇਗਾ। ਸਾਰੇ ਬੋਲੋ ਹਾਲੇਲੂਇਆ। ਦੂਸਰੀ ਚੀਜ਼ ਮੈਂ ਸਿਖਾ ਰਿਹਾ ਸੀ, ਅਗਰ ਫਲ ਦੇ ਰਹੇ ਹੋ ਤਾਂ 3 ਸਾਲ ਸਬਰ ਰੱਖੋ, ਪਰਮੇਸ਼ਵਰ ਤੁਹਾਨੂੰ ਮੌਕੇ ਤੇ ਖੜਾ ਵੀ ਕਰੇਗਾ। ਸਾਰੇ ਬੋਲੋ ਹਾਲੇਲੂਇਆ। ਬਹੁਤ ਨੇ ਜੋ ਆਪਣੇ ਆਪ ਖੜੇ ਹੋ ਗਏ ਨੇ। ਮੈਂ ਇੱਕ ਦਿਨ ਇੱਕ ਇੰਗਲਿਸ਼ ਟੈਸਟਮਨੀ ਸੁਣ ਰਿਹਾ ਸੀ, ਇੱਕ ਪਰਮੇਸ਼ਰ ਦੇ ਦਾਸ ਇੱਕ ਪਾਸਟਰ ਦੇ ਘਰੇ ਗਏ, ਔਰ ਜਿਵੇਂ ਹੀ ਪਾਸਟਰ ਦੇ ਘਰੇ ਗਏ, ਪਾਸਟਰ ਦਾ ਘਰ ਪੂਰਾ ਆਲੀਸ਼ਾਨ ਵਧੀਆ, ਔਰ ਉਸਨੇ LCD ਤੇ ਦਿਖਾਉਣਾ ਸ਼ੁਰੂ ਕਰ ਦਿੱਤਾ, ਆ ਦੇਖੋ ਪਾਸਟਰ ਜੀ, ਇੰਨੇ ਲੋਕ ਮੇਰੇ ਕੋਲੇ ਆ ਰਹੇ ਨੇ, ਇੰਨੇ ਲੋਕਾਂ ਨੂੰ ਮੈਂ ਪ੍ਰਚਾਰ ਕਰ ਰਿਹਾ, ਪੂਰਾ ਪ੍ਰੋਜੈਕਟ ਦਿਖਾਇਆ, ਪ੍ਰੋਮੋ ਸਭ ਕੁਝ ਦਿਖਾਉਣਾ ਸ਼ੁਰੂ ਕਰ ਦਿੱਤਾ। ਔਰ ਅਸੀਂ ਉਹ ਪਾਸਟਰ ਜੀ ਕਹਿੰਦੇ, ਉਹ ਵਾਹ ਭਾਈ ਵਾਹ, ਕਿਆ ਪ੍ਰਭੂ ਦਾ ਕੰਮ ਹੋ ਰਿਹਾ, ਵਾਹ ਜੀ ਵਾਹ। ਔਰ ਜਦੋਂ ਆਉਣ ਲੱਗੇ ਪੁੱਛਿਆ, ਹਾਂਜੀ ਪਾਸਟਰ ਜੀ ਫਿਰ ਸੰਡੇ ਦੇ ਚਰਚ ਕਿੱਥੇ ਲਾਉਣੇ ਹੋ? ਸੰਡੇ ਤਾਂ ਮੇਰੇ ਕੋਲੇ 20 ਕੀ ਲੋਕ ਆਉਂਦੇ ਨੇ। ਕਿੰਨੇ ਲੋਕ ਆਉਂਦੇ ਨੇ? 20 ਕੁ ਲੋਕ। ਮੇਰਾ ਕੰਮ ਆਨਲਾਈਨ ਹੀ ਚੱਲਦਾ ਹੈ। ਹਾਲੇਲੂਇਆ। ਇਹ ਉਹ ਲੋਕ ਨੇ ਜੋ ਆਪਣੇ ਆਪ ਕੀ ਹੋ ਗਏ ਨੇ, ਖੜੇ ਹੋ ਗਏ ਨੇ, ਔਰ ਫਲ ਨਹੀਂ ਦੇਣਗੇ। ਸਾਰੇ ਬੋਲੋ ਹਾਲੇਲੂਇਆ। ਮੇਰੇ ਭੈਣੋ ਤੇ ਭਰਾਓ, ਇਹ ਗੱਲ ਮੇਰੀ ਯਾਦ ਰੱਖਿਓ, ਜਦੋਂ ਪਰਮੇਸ਼ਵਰ ਖੜਾ ਕਰਨਗੇ ਤਾਂ ਕੋਈ ਬਿਠਾ ਨਹੀਂ ਸਕਦਾ। ਸਾਰੇ ਬੋਲੋ ਹਾਲੇਲੂਇਆ। ਔਰ ਜੇ ਤੁਸੀਂ ਖੁਦ ਖੜੇ ਹੋਵੋਗੇ ਤਾਂ ਜ਼ਿਆਦਾ ਟਾਈਮ ਖੜੇ ਨਹੀਂ ਰਹਿ ਸਕਦੇ। ਇਸ ਲਈ 3 ਸਾਲ ਕੀ ਕਰਨਾ ਹੈ? ਸਬਰ ਕਰਨਾ ਹੈ। ਅੱਗੇ ਪੜੋ ਜੀ। ਪਰ ਚੌਥੇ ਵਰੇ ਵਿੱਚ ਉਸ ਦਾ ਸਾਰਾ ਫਲ, ਹਾਂਜੀ ਸਾਰਾ ਫਲ, ਯਹੋਵਾ ਦੇ ਉਪਕਾਰ ਮੰਨਣ ਲਈ ਪਵਿੱਤਰ ਹੋਵੇ। ਸਾਰੇ ਬੋਲੋ ਹਾਲੇਲੂਇਆ। ਔਰ 3 ਸਾਲ ਇਹ ਨਹੀਂ ਹੁਣ 3 ਸਾਲ ਡਿੱਕੀ ਜਾਓ ਬਸ, ਕਿਦੋਂ 3 ਸਾਲ ਹੋਣ ਤੇ ਕਦੋਂ ਮੈਂ ਵਾੜੇ ਚੁੱਕੀ ਹੋਵਾਂ, ਬਾਹਰ ਭੱਜਾਂ। ਹਾਲੇਲੂਇਆ। ਇਹ ਵੀ ਨਹੀਂ ਹੈ। ਸਾਰੇ ਬੋਲੋ ਹਾਲੇਲੂਇਆ। ਇਹ ਡਿਪੈਂਡ ਕਰਦਾ ਹੈ ਤੁਹਾਡੇ ਉੱਤੇ ਕੀ ਤੁਹਾਨੂੰ ਬੁਲਾਇਆ ਹੈ। ਇਹ ਡਿਪੈਂਡ ਕਰਦਾ ਹੈ ਤੁਸੀਂ ਕਿਸ ਸੇਵਕਾਈ ਲਈ ਚੁਣੇ ਗਏ ਹੋ। ਇਹ ਡਿਪੈਂਡ ਕਰਦਾ ਹੈ ਕਿ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਤੁਹਾਡੇ ਦਾਸ ਨਾਲ ਗੱਲ ਕਰ ਰਿਹਾ ਹੈ, ਤੁਹਾਡੇ ਦਾਸ ਦੇ ਦਾਸ ਨਾਲ ਗੱਲ ਕਰ ਰਿਹਾ ਹੈ। ਸਾਰੇ ਬੋਲੋ ਹਾਲੇਲੂਇਆ। ਔਰ चिन्ह और निशानियां आ रहे ने कि नहीं आ रहे? सारे बोलो हालेलुया। मेरे भैन ते भराओ, ਜਦੋਂ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ, ਆਪਣੇ ਦਾਸਾਂ ਦੀ ਅਗਵਾਈ ਦੇ ਨਾਲ ਇਹ ਕੰਮ ਕਰੋਗੇ, ਕੋਈ ਵੀ ਕੰਮ ਹੋਵੇ, ਕੋਈ ਵੀ ਕੰਮ ਹੈ, ਚਾਹੇ ਬਿਜ਼ਨਸ ਹੈ, ਚਾਹੇ ਦੁਕਾਨ ਹੈ, ਹਾਲੇਲੂਇਆ। ਜਦੋਂ ਇਹ ਕੰਮ ਤੁਸੀਂ ਅਗਵਾਈ ਦੇ ਨਾਲ ਕਰੋਗੇ, ਪਰਮੇਸ਼ਰ ਦੇ ਦਾਸਾਂ ਦੀ ਅਗਵਾਈ ਦੇ ਨਾਲ ਕਰੋਗੇ ਨਾ, ਉਹਨਾਂ 'ਚ ਕਦੇ ਵੀ ਨੁਕਸਾਨ ਨਹੀਂ ਹੋਵੇਗਾ। ਸਾਰੇ ਬੋਲੋ ਹਾਲੇਲੂਇਆ। ਬਿਜ਼ਨਸ ਤਾਂ ਚਲੋ ਤੁਸੀਂ ਆਪ ਕਰਨਾ ਹੈ, ਪਰ ਇੱਕ ਗੱਲ ਮੇਰੀ ਯਾਦ ਰੱਖਿਓ, ਸੇਵਕਾਈ ਤੁਹਾਨੂੰ ਪਰਮੇਸ਼ਵਰ ਨੇ ਕਰਵਾਉਣੀ ਹੈ, ਤੁਸੀਂ ਨਹੀਂ ਕਰ ਸਕਦੇ। ਪ੍ਰਭੂ ਦਾ ਕੰਮ ਤੁਸੀਂ ਨਹੀਂ ਕਰ ਸਕਦੇ, ਉਹ ਤੁਹਾਨੂੰ ਕਿਹਨੇ ਕਰਵਾਉਣੀ ਹੈ? ਪਰਮੇਸ਼ਵਰ ਨੇ, ਕਿਉਂਕਿ ਉਹ ਤੁਹਾਡਾ ਆਪਣਾ ਪਰਸਨਲ ਕੰਮ ਨਹੀਂ ਹੈ, ਉਹ ਪਰਮੇਸ਼ਵਰ ਦਾ ਕੰਮ ਹੈ। ਸਾਰੇ ਬੋਲੋ ਹਾਲੇਲੂਇਆ। ਬਾਈਬਲ 'ਚ ਲਿਖਿਆ ਮੂਸਾ ਕਿੱਥੋਂ ਚਾਹੁੰਦਾ ਸੀ ਸੇਵਕਾਈ ਕਰਨਾ? 40 ਸਾਲ ਉਹ ਰਾਜ ਮਹਿਲਾਂ ਦੇ ਵਿੱਚ ਰਿਹਾ, 40 ਸਾਲ ਉਸ ਤੋਂ ਭੇਡਾਂ ਵਗ ਚਰਾਏ, ਔਰ ਫਿਰ 40 ਸਾਲ ਪਰਮੇਸ਼ਵਰ ਨੇ ਆਪਣੀ ਮਰਜ਼ੀ ਨਾਲ ਉਸ ਤੋਂ ਸੇਵਾ ਵੀ ਕਰਵਾਈ। ਸਾਰੇ ਬੋਲੋ ਹਾਲੇਲੂਇਆ। ਮੈਂ ਗੱਲ ਦੱਸਾਂ ਤੁਹਾਨੂੰ, ਫਲ ਦੇਣਾ ਚਾਹੁੰਦੇ ਹੋ ਨਾ, ਤਾਂ ਜਿੰਨੀਆਂ ਮੁਸ਼ਕਲਾਂ 'ਚ ਲੰਘੋਗੇ ਨਾ, ਉਨਾ ਹੀ ਜ਼ਿਆਦਾ ਕੀ ਹੋਵੇਗਾ? ਫਲ ਵਧੀਆ ਹੋਵੇਗਾ। ਸਾਰੇ ਬੋਲੋ ਹਾਲੇਲੂਇਆ। ਅੱਜ 3 ਸਾਲਾਂ ਦਾ ਟਾਈਮ ਹੈ ਤੇ ਆਪਣੇ ਆਪ ਨੂੰ ਕੀ ਕਰ ਲਓ? ਭਰ ਲਓ, ਪੈਕਅਪ ਕਰ ਲਓ, ਇਕੱਠੀਆਂ ਕਰ ਲਓ ਚੀਜ਼ਾਂ ਜਿੰਨੀਆਂ ਕਰ ਸਕਦੇ ਹੋ, ਕਰੋ ਦੁਆ ਜਿੰਨੀ ਕਰ ਸਕਦੇ ਹੋ, ਕਰੋ ਪ੍ਰੇਅਰ ਜਿੰਨੀ ਕਰ ਸਕਦੇ ਹੋ,
ਰੱਖੋ ਫਾਸਟ ਜਿੰਨੇ ਰੱਖ ਸਕਦੇ ਹੋ, ਕਿਉਂਕਿ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਮੌਕਾ ਦਿੱਤਾ ਉਦੋਂ ਤੁਸੀਂ ਵੇਲੇ ਸਿਰ ਉਹਨਾਂ ਚੀਜ਼ਾਂ ਨੂੰ ਵਰਤ ਵੀ ਸਕਦੇ ਹੋ। ਸਾਰੇ ਬੋਲੋ ਹਾਲੇਲੂਇਆ। ਇਹ ਨਾ ਸੋਚਿਓ ਕਿ ਚਲੋ 3 ਸਾਲ ਦਾ ਟਾਈਮ ਤਾਂ ਬਹੁਤ ਜ਼ਿਆਦਾ, ਚਲੋ ਲਓ ਨਜ਼ਾਰੇ, ਵਰਤੋ ਫੇਸਬੁੱਕ, ਵਰਤੋ WhatsApp, ਬੈਠੇ ਰਹੋ YouTube ਤੇ, ਕੋਈ ਲੋੜ ਨਹੀਂ ਹੈ ਪ੍ਰਾਰਥਨਾਵਾਂ ਦੀ, ਕੋਈ ਲੋੜ ਨਹੀਂ ਹੈ ਦੁਆਵਾਂ ਦੀ। ਉਹ ਟੈਨਸ਼ਨ ਕੀ ਹੈ, ਕੋਈ ਗੱਲ ਨਹੀਂ, 2.5 ਸਾਲ ਹੋ ਜਾਣ ਦੋ ਫਿਰ ਸੀਰੀਅਸ ਹੋ ਜਾਣਗੇ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ। ਸਾਰੇ ਬੋਲੋ ਹਾਲੇਲੂਇਆ। ਤੁਹਾਡੀ ਤਿਆਰੀ ਹਰ ਦਿਨ ਪਰਮੇਸ਼ਵਰ ਦੇ ਕੰਮ ਦੇ ਲਈ ਕੀ ਹੋਣੀ ਚਾਹੀਦੀ ਆ? ਹੋਣੀ ਚਾਹੀਦੀ ਆ, ਕਿਉਂਕਿ ਜਦੋਂ ਪਰਮੇਸ਼ਵਰ ਤੁਹਾਨੂੰ ਮੌਕਾ ਦੇਵੇ ਤੁਸੀਂ ਉਸ ਮੌਕੇ ਨੂੰ ਗਵਾ ਨਾ ਲਓ, ਬਲਕਿ ਉਸ ਮੌਕੇ ਨੂੰ ਉਠਾ ਕੇ, ਉਹਦਾ ਫਾਇਦਾ ਉਠਾ ਕੇ ਪਰਮੇਸ਼ਵਰ ਦੇ ਕੰਮ ਦੇ ਲਈ ਆਪਣੇ ਆਪ ਨੂੰ ਕੀ ਕਰ ਸਕੋ? ਵਰਤ ਸਕੋ। ਸਾਰੇ ਬੋਲੋ ਹਾਲੇਲੂਇਆ। ਇਸ ਲਈ ਅੱਜ ਦੇਖੋ ਕਿ ਫਲ ਦੇ ਰਹੇ ਹੋ ਕਿ ਨਹੀਂ ਦੇ ਰਹੇ। ਪਹਿਲੀ ਗੱਲ, ਕੀ ਫਲ ਦੇ ਰਹੇ ਹੋ ਕਿ ਨਹੀਂ ਦੇ ਰਹੇ। ਦੂਸਰੀ ਚੀਜ਼, ਅਗਰ ਫਲ ਦੇ ਰਹੇ ਹੋ ਤਾਂ ਆਰਾਮ ਦੇ ਨਾਲ, ਸਬਰ ਦੇ ਨਾਲ 3 ਸਾਲ 4 ਸਾਲ ਕੀ ਕਰਦੇ ਰਹੋ? ਸਿੱਖਦੇ ਰਹੋ। ਸਾਰੇ ਬੋਲੋ ਹਾਲੇਲੂਇਆ। ਔਰ ਜਦੋਂ ਪਰਮੇਸ਼ਵਰ ਦਾ ਹੁਕਮ ਹੋਇਆ, ਜਦੋਂ ਤੁਹਾਡੇ ਮਾਲਕ ਦਾ ਹੁਕਮ ਹੋਇਆ ਕਿ ਚਲੋ ਉੱਠ ਖੜਾ ਹੋ ਔਰ ਮੇਰਾ ਕੰਮ ਕਰ, ਫਿਰ ਗੜਚਦੇ ਨੇ ਛਾਲ ਮਾਰ ਕੇ ਖੜੇ ਹੋ ਜਾਓ। ਸਾਰੇ ਬੋਲੋ ਹਾਲੇਲੂਇਆ। ਔਰ ਉਦੋਂ ਬਾਈਬਲ ਕੀ ਤੁਹਾਡੀ ਕੀ ਹੋਣੀ ਚਾਹੁੰਦੇ? ਨਾਲ ਹੋਣੀ ਚਾਹੀਦੀ ਹੈ। ਉਹ ਡਾਇਰੀਆਂ ਜਿਹੜੀਆਂ 3 ਸਾਲ ਤੁਸੀਂ ਭਰੀਆਂ ਕਾਲੀਆਂ ਕੀਤੀਆਂ, ਉਹ ਤੁਹਾਡੇ ਨਾਲ ਹੋਣੀਆਂ ਚਾਹੀਦੀਆਂ। ਉਹ ਰਿਕਾਰਡਿੰਗਾਂ ਜਿਹੜੀਆਂ ਤੁਸੀਂ ਫੋਨ 'ਚ ਰੱਖ ਰਹੇ ਹੋ, ਉਹ ਤੁਹਾਡੇ ਨਾਲ ਹੋਣੀਆਂ ਚਾਹੀਦੀਆਂ। ਇਸ ਲਈ ਤਾਂ ਕਹੀਦਾ ਡਾਇਰੀਆਂ ਲਿਖ ਲਓ, ਰਿਕਾਰਡਿੰਗਾਂ ਕਰੋ ਔਰ ਉਹਨਾਂ ਨੂੰ ਵਚਨਾਂ ਨੂੰ ਕੀ ਕਰੋ? ਸੁਣਦੇ ਰਹੋ। ਮੈਂ ਤੁਹਾਨੂੰ ਕੀ ਦੱਸਾਂ, ਸਾਨੂੰ ਤਾਂ ਮੌਕਾ ਹੀ ਬੜਾ ਘੱਟ ਮਿਲਦਾ ਪਾਸਟਰ ਜੀ ਕੋਲੇ ਜਾਣ ਦਾ। ਤਾਂ ਉਹਨਾਂ ਨੂੰ ਬੜੇ ਵਾਰੀ ਰਿਕੁਐਸਟਾਂ ਕਰਦੇ ਰਹਿੰਦੇ ਆ, ਪਾਸਟਰ ਜੀ ਤੁਸੀਂ ਸਾਨੂੰ ਵਚਨ ਪਾ ਦਿਆ ਕਰੋ WhatsApp ਤੇ ਰਿਕਾਰਡ ਕਰਕੇ। ਤੇ ਪਰ ਅਗਰ ਤੁਹਾਨੂੰ ਮੌਕਾ ਮਿਲਦਾ ਹਰ ਸੰਡੇ ਵਚਨ ਸੁਣਨ ਦਾ, ਰਿਕਾਰਡ ਕਰਕੇ ਉਹਨੂੰ ਸੁਣਿਆ ਕਰੋ। ਸਾਰੇ ਬੋਲੋ ਹਾਲੇਲੂਇਆ। ਬਾਈਬਲ ਤੇ ਉਹਨੂੰ ਮਾਰਕ ਕਰਿਆ ਕਰੋ ਤਾਂ ਜੋ ਹੋਰ ਸਿੱਖਣ ਦਾ ਤੁਹਾਨੂੰ ਕੀ ਮਿਲੇ? ਮੌਕਾ ਮਿਲੇ। ਸਾਰੇ ਬੋਲੋ ਹਾਲੇਲੂਇਆ। ਕਿਉਂਕਿ ਜੋ ਅੰਦਰ ਹੋਵੇਗਾ ਉਹੀ ਕੀ ਹੋਵੇਗਾ? ਬਾਹਰ ਆਵੇਗਾ। ਇਸ ਲਈ ਮੈਂ ਕਹਿ ਰਿਹਾ ਸੀ, ਫਲ ਤੁਹਾਡੇ ਅੰਦਰੋਂ ਹੀ ਨਿਕਲਨੇ ਨੇ, ਚੀਜ਼ਾਂ ਤੁਹਾਡੇ ਅੰਦਰੋਂ ਹੀ ਨਿਕਲਣੀਆਂ ਨੇ, ਕੋਈ ਬਾਹਰੋਂ ਤੁਹਾਨੂੰ ਲਾਉਣ ਲਈ ਨਹੀਂ ਆਵੇਗਾ। ਇਸ ਲਈ ਪਹਿਲੀ ਚੀਜ਼, ਅਗਰ ਫਲ ਨਹੀਂ ਦੇ ਰਹੇ ਤਾਂ ਫਲ ਦੇਣਾ ਸ਼ੁਰੂ ਕਰ ਦਿਓ। ਸਾਰੇ ਬੋਲੋ ਹਾਲੇਲੂਇਆ। ਦੂਸਰੀ ਚੀਜ਼, ਅਗਰ ਫਲ ਦੇ ਰਹੇ ਹੋ ਤਾਂ ਜਿਸ ਕੰਮ ਦੇ ਲਈ ਤੁਹਾਨੂੰ ਚੁਣਿਆ ਉਸ ਕੰਮ ਉੱਤੇ ਇਮਾਨਦਾਰੀ ਔਰ ਵਫਾਦਾਰੀ ਨਾਲ ਕੀ ਕਰਦੇ ਰਹੋ? ਲੱਗੇ ਰਹੋ। ਸਾਰੇ ਬੋਲੋ ਹਾਲੇਲੂਇਆ। ਕੋਈ ਪਤਾ ਨਹੀਂ ਉਹਦਾ ਜੋੜਿਆਂ ਵਾਲੇ ਦੀ ਸੇਵਾ ਵਾਲੇ ਨੂੰ ਕੱਲ ਨੂੰ ਪ੍ਰਚਾਰਕ ਬਣਾ ਦੇ। ਕੋਈ ਪਤਾ ਨਹੀਂ ਦਰੀਆਂ ਵਿਛਾਉਣ ਵਾਲੇ ਨੂੰ ਕਿਦੋਂ ਉਹ ਅੱਗੇ ਬੁਲਾ ਕੇ ਕਹਦੇ, ਮੇਰੇ ਬੇਟੇ ਮੈਂ ਤੈਨੂੰ ਆਪਣੇ ਕੰਮ ਦੇ ਲਈ ਚੁਣਿਆ। ਸਾਰੇ ਬੋਲੋ ਹਾਲੇਲੂਇਆ। ਕਿਉਂਕਿ ਅਗਰ ਉਹ ਦਾਊਦ ਨੂੰ ਉਹਦੇ ਸਾਰੇ ਭਰਾਵਾਂ ਨੂੰ ਰਿਜੈਕਟ ਕਰਕੇ ਦਾਊਦ ਨੂੰ ਕਹਿ ਸਕਦਾ ਹੈ, ਇਸ ਨੂੰ ਮਸਾ ਕਰ। ਸਾਰੇ ਬੋਲੋ ਹਾਲੇਲੂਇਆ। ਇਸ ਨੂੰ ਮੈਂ ਚੁਣਿਆ। ਸਾਰੇ ਬੋਲੋ ਹਾਲੇਲੂਇਆ। ਤਾਂ ਤੁਹਾਨੂੰ ਵੀ ਕਹਿ ਸਕਦਾ ਹੈ, ਇਸ ਨੂੰ ਮਸਾ ਕਰ, ਇਸ ਨੂੰ ਮੈਂ ਆਪਣੇ ਇਸ ਕੰਮ ਦੇ ਲਈ ਕੀ ਕਰਿਆ? ਚੁਣਿਆ ਹੈ। ਸਾਰੇ ਬੋਲੋ ਹਾਲੇਲੂਇਆ। ਅਕਸਰ ਆਮ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਕੰਮ ਕਰਨ ਦੇ ਲਈ ਅਸੀਂ ਆਮ ਦੇਖਦੇ ਹਾਂ ਕਿ ਸ਼ਾਇਦ ਮੇਰੇ ਕੋਲੇ ਸਟੇਜ ਹੋਵੇ ਤਾਂ ਮੈਂ ਪਰਮੇਸ਼ਵਰ ਦਾ ਕੰਮ ਕਰ ਸਕਾਂਗਾ। ਸ਼ਾਇਦ ਮੇਰੇ ਕੋਲੇ ਮਾਈਕ ਹੋਵੇ ਤਾਂ ਮੈਂ ਪਰਮੇਸ਼ਵਰ ਦਾ ਕੰਮ ਬਹੁਤ ਜ਼ਬਰਦਸਤ ਤਰੀਕੇ ਨਾਲ ਕਰਾਂਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਭੈਣ ਤੇ ਭਰਾਓ, ਤੁਹਾਨੂੰ ਪਰਮੇਸ਼ਵਰ ਦਾ ਕੰਮ ਕਰਨ ਦੇ ਲਈ ਮਾਈਕ, ਸਟੇਜ ਦੀ ਲੋੜ ਨਹੀਂ, ਸਿਰਫ ਇੱਕ ਬਾਈਬਲ ਦੀ ਹੀ ਲੋੜ ਆ ਬਸ। ਸਾਰੇ ਬੋਲੋ ਹਾਲੇਲੂਇਆ। ਔਰ ਅੱਗੇ ਉਹ ਆਪਣੇ ਆਪ ਤੁਹਾਡੇ ਤੋਂ ਕੰਮ ਕਰਵਾ ਲਵੇਗਾ। ਸਾਰੇ ਬੋਲੋ ਹਾਲੇਲੂਇਆ। ਪਰ ਮੇਨ ਹੈ ਕਿ ਤੁਸੀਂ ਫਲ ਦੇ ਰਹੇ ਹੋ ਕਿ ਨਹੀਂ ਦੇ ਰਹੇ। ਸਾਰੇ ਬੋਲੋ ਹਾਲੇਲੂਇਆ। ਆਓ ਅਸੀਂ ਲਾਸਟ ਹੈ ਅੱਜ ਦੇ ਵਚਨ ਦੀ, ਮਤੀ 21 ਉਸ ਦਾ 18 ਦੀ 22। ਸਾਰੇ ਬੋਲੋ ਹਾਲੇਲੂਇਆ। ਜਿੰਨੇ ਸਿੱਖ ਰਹੇ ਆ ਬੋਲੋ ਹਾਲੇਲੂਇਆ। ਜਿੰਨੇ ਨਹੀਂ ਸਿੱਖ ਰਹੇ ਉਹ ਵੀ ਬੋਲ ਦੋ ਹਾਲੇਲੂਇਆ। ਸਿੱਖਿਆ ਕਰੋ। ਹਾਲੇਲੂਇਆ। ਹਾਂਜੀ ਬੋਲੋ ਜੀ। ਮਤੀ 21 ਦੀ 18 ਤੋਂ 22। ਜਾਂ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ। ਇਸ ਜਗ੍ਹਾ ਤੇ ਦੇਖੋ, ਪ੍ਰਭੂ ਯੀਸ਼ੂ ਮਸੀਹ ਬਾਗ ਦੇ ਮਾਲਿਕ, ਤੁਹਾਡੇ ਅਤੇ ਮੇਰੇ ਸਰਦਾਰ ਆ ਰਹੇ ਨੇ। ਹਾਂਜੀ। ਤਾਂ ਉਹਨੂੰ ਭੁੱਖ ਲੱਗੀ। ਯੀਸ਼ੂ ਮਸੀਹ ਨੂੰ ਭੁੱਖ ਲੱਗੀ ਅਤੇ ਰਸਤੇ ਕੋਲ ਅੰਜੀਰ ਦਾ ਇੱਕ ਬ੍ਰਿਸ਼ ਵੇਖ ਔਰ ਰਸਤੇ ਵਿੱਚ ਅੰਜੀਰ ਦਾ ਇੱਕ ਰੁੱਖ ਵੇਖਿਆ ਉਸ ਦੇ ਨੇੜੇ ਗਿਆ। ਪਰ ਪੱਤਿਆਂ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ। ਔਰ ਪੱਤਿਆਂ ਤੋਂ ਬਿਨਾ ਉਸ ਰੁੱਖ ਉੱਤੇ ਹੋਰ ਕੁਝ ਨਾ ਲੱਭਿਆ। ਅਤੇ ਉਸਨੇ ਉਸ ਨੂੰ ਆਖਿਆ, ਅਤੇ ਉਸਨੇ ਉਸ ਪਰਮੇਸ਼ਵਰ ਨੇ ਉਸ ਰੁੱਖ ਨੂੰ ਆਖਿਆ,
ਕਿ ਅੱਜ ਤੋਂ ਲੈ ਕੇ ਤੈਨੂੰ ਕਦੇ ਫਲ ਨਾ ਲੱਗੇ ਤੂੰ ਇੰਨੇ ਸਾਲ ਫਲ ਨਹੀਂ ਦਿੱਤਾ, ਹੁਣ ਤੈਨੂੰ ਫਲ ਵੀ ਨਾ ਲੱਗੇ। ਅਤੇ ਅੰਜੀਰ ਦਾ ਬ੍ਰਿਸ਼ ਉਵੇਂ ਸੁੱਕ ਗਿਆ ਅਤੇ ਉਹ ਉਵੇਂ ਕੀ ਹੋ ਗਿਆ? ਸੁੱਕ ਗਿਆ। ਸਾਰੇ ਬੋਲੋ ਹਾਲੇਲੂਇਆ। ਉਹ ਇਹਨੂੰ ਤਾਂ ਕੱਟਣ ਪੁੱਟਣ ਦੀ ਵੀ ਲੋੜ ਨਾ ਪਈ, ਉਹ ਸੁੱਕ ਗਿਆ। ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਪਿੰਡ ਦੇ ਭਰਾਓ, ਇਹ ਪੁਰਾਣੇ ਵਿਸ਼ਵਾਸੀ ਨੇ ਤੁਹਾਡੇ ਅਤੇ ਮੇਰੇ ਵਰਗੇ, ਹੁਣ ਉਹਨਾਂ ਦੀ ਵਾਰੀ ਗਿਆ। ਸਾਰੇ ਬੋਲੋ ਹਾਲੇਲੂਇਆ। ਇਹ ਐਤ ਉਹਨਾਂ ਲਈ ਹੈ ਜੋ 10 ਸਾਲਾਂ ਤੋਂ 7 ਸਾਲਾਂ ਤੋਂ 6 ਸਾਲਾਂ ਤੋਂ, ਜਦੋਂ ਦਾ ਮੈਂ ਪਾਸਟਰ 2015 ਦਾ ਬਣਿਆ ਉਦੋਂ ਤੋਂ, ਕਈ ਤਾਂ ਜਦੋਂ ਮੈਂ ਵਿਸ਼ਵਾਸੀ ਸੀ 2013 ਦੇ ਵਿੱਚ, ਉਦੋਂ ਤੋਂ ਮੇਰੇ ਨਾਲ ਲਮਕ ਰਹੇ ਨੇ। ਹਾਲੇਲੂਇਆ ਹਾਲੇਲੂਇਆ। ਪਰ ਕੋਈ ਫਲ ਨਹੀਂ ਹੈ। ਤੇ ਇੱਕ ਗੱਲ ਯਾਦ ਰੱਖਿਓ, ਮੇਰਾ ਫਲ ਤਾਂ ਚਲੋ ਮੇਰੇ ਸਾਹਮਣੇ ਥੋੜੇ ਬਹੁਤੇ ਨਜ਼ਰ ਆ ਰਹੇ ਨੇ, ਪਰ ਤੁਹਾਡਾ ਫਲ ਕਿੱਥੇ ਹੈ? ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਇਸ ਲਈ ਇਹ ਨਾ ਹੋਵੇ ਕਿਤੇ ਬਾਗ ਦਾ ਮਾਲਿਕ ਆ ਕੇ ਤੁਹਾਨੂੰ ਕਿਸੇ ਦਿਨ ਹੁਕਮ ਦੇ ਦੇ ਕਿ ਸੁੱਕ ਜਾ। ਹਾਲੇਲੂਇਆ। ਔਰ ਸੁੱਕਣਾ ਤਾਂ ਸੀ ਹੈਗਾ ਹੀ ਆ। ਕਿਸੇ ਨੇ 65 ਦੇ ਬਾਰੇ ਚ ਸੁੱਕ ਜਾਣਾ, ਕਿਸੇ ਨੇ 75 ਚ ਸੁੱਕ ਜਾਣਾ, ਕਿਸੇ ਨੇ 100 ਚ ਸੁੱਕ ਜਾਣਾ। ਮੈਂ ਕੱਲ ਇੱਕ ਗਵਾਹੀ ਸੁਣ ਰਿਹਾ ਸੀ, ਮਾਈਕਲ ਜੈਕਸਨ ਨਾ ਮਾਨ ਕਰ ਰਿਹਾ ਸੀ ਆਪ ਤੇ। ਉਹ ਕਹਿੰਦਾ ਕਿ ਜਿਹੜੀ ਮੈਡੀਸਿਨ, ਜਿਹੜੀ ਦਵਾਈ ਔਰ ਜਿਹੜਾ ਖਾਣਾ ਮੈਂ ਖਾ ਰਿਹਾ, ਉਹ 250 ਸਾਲ ਤੱਕ ਮੈਨੂੰ ਕੀ ਰੱਖ ਸਕੇਗਾ? ਜਿੰਦਾ ਰੱਖ ਸਕੇਗਾ। ਕਹਿੰਦੇ ਨੇ ਕਿ ਜਿਹੜਾ ਮਾਈਕਲ ਜੈਕਸਨ ਖਾਣਾ ਖਾਂਦਾ ਸੀ, ਅਗਰ ਉਹਦੀ ਮੰਮੀ ਪਰੌਠਾ ਜਾਂ ਰੋਟੀ ਬਣਾਉਂਦੀ ਸੀ ਤੇ ਪਹਿਲਾਂ ਉਹ ਟੈਸਟ ਹੋ ਕੇ ਆਉਂਦਾ ਸੀ। ਘਰ ਦੇ ਵਿੱਚ ਹੀ ਕੀ ਸੀ? ਲੈਬ ਸੀ। ਔਰ ਕਰੋੜਾਂ ਸੈਲਰੀਆਂ ਲੈਣ ਵਾਲੇ ਡਾਕਟਰ ਉਹਦੇ ਘਰ ਦੇ ਵਿੱਚ ਹੀ ਰਹਿੰਦੇ ਸੀ। ਪਰ ਬੜੇ ਅਫਸੋਸ ਦੀ ਗੱਲ ਆ, ਭਰੀ ਜਵਾਨੀ ਦੇ ਵਿੱਚ ਉਹ ਬੰਦਾ ਕੀ ਹੋ ਗਿਆ? ਚਲਾ ਗਿਆ। ਸਾਰੇ ਬੋਲੋ ਹਾਲੇਲੂਇਆ। ਕਿਉਂਕਿ ਬਾਗ ਦੇ ਮਾਲਕ ਨੇ ਵੇਖਿਆ ਇਹ ਬੰਦਾ ਫਲ ਨਹੀਂ ਦੇਵੇਗਾ। ਸਾਰੇ ਬੋਲੋ ਹਾਲੇਲੂਇਆ। ਔਰ ਉਸ ਨੂੰ ਸੁੱਕਣਾ ਪਿਆ। ਅੱਜ ਤੁਸੀਂ ਅਤੇ ਮੈਂ ਉਸ ਪਰਮੇਸ਼ਵਰ ਦੇ ਬਾਗ ਦੇ ਵਿੱਚ ਲਾਏ ਗਏ ਹਾਂ। ਤੁਸੀਂ ਅਤੇ ਮੈਂ ਇੱਕ ਚਰਚ ਦੇ ਵਿੱਚ ਹਾਂ। ਤੁਸੀਂ ਅਤੇ ਮੈਂ ਕਿਸੇ ਸ਼ਹਿਰ ਦੇ ਵਿੱਚ ਹਾਂ। ਤੁਸੀਂ ਅਤੇ ਮੈਂ ਕਿਸੇ ਮਹੱਲੇ ਦੇ ਵਿੱਚ ਹਾਂ। ਤੁਸੀਂ ਅਤੇ ਮੈਂ ਕਿਸੇ ਘਰ ਦੇ ਵਿੱਚ ਹਾਂ। ਔਰ ਸਾਨੂੰ ਸਭ ਕੁਝ ਮਿਲ ਰਿਹਾ ਹੈ। ਔਰ ਮਾਲਿਕ ਵਾਰ-ਵਾਰ ਤੁਹਾਡੇ ਕੋਲੇ ਆ ਰਿਹਾ, ਸਾਲ ਹੋ ਗਿਆ, ਹੁਣ ਤਾਂ ਬਦਲ ਜਾ। ਹਾਲੇਲੂਇਆ। ਆ 2 ਸਾਲ ਹੋ ਗਏ, ਤੂੰ ਤਾਂ ਵੱਡੀਆਂ ਮੀਟਿੰਗਾਂ ਵੀ ਸੁਣ ਲੀਆਂ, ਪਾਸਟਰ ਜਾਰਜ ਦੀਆਂ, ਬਿੱਜੂ ਕੁਸ਼ ਦੀਆਂ ਭਵਿੱਖਬਾਣੀਆਂ ਵੀ ਕਰਵਾ ਲੀਆਂ, ਪਰ ਤੇਰਾ ਫਲ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ। ਹਾਲੇਲੂਇਆ। ਤੇ ਮੁੰਡਿਆਂ ਨੂੰ ਕਹਿ ਰਿਹਾ, ਉਹ ਤੁਸੀਂ ਤਾਂ ਭਰਾਵਾ ਪਾਸਟਰ ਮੀਟਿੰਗਾਂ ਵੀ ਅਟੈਂਡ ਕਰ ਲੀਆਂ, ਪਰ ਫਿਰ ਵੀ ਕੋਈ ਵੀ ਫਲ ਦੇ ਨਹੀਂ ਰਹੇ। ਤਾਂ ਅਫਸੋਸ ਨਾਲ ਉਹ ਕਰੇਗਾ, ਹੁਕਮ ਕਰੇਗਾ ਆਪਣੇ ਉਹਨਾਂ ਫਰਿਸ਼ਤਿਆਂ ਨੂੰ, ਸੁਕਾ ਦਿਓ ਇਸ ਨੂੰ। ਹਾਲੇਲੂਇਆ। ਐਵੇਂ ਜ਼ਮੀਨ ਕੀ ਹੈ, ਇਹਦੀ ਜਗ੍ਹਾ ਤੇ ਕੋਈ ਹੋਰ ਲਾਵਾਂਗੇ। ਜਿਵੇਂ ਸ਼ਾਉਲ ਨੂੰ ਪੁੱਟ ਕੇ ਦਾਊਦ ਲਾ ਦਿੱਤਾ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ। ਇਸ ਲਈ ਮੇਰੇ ਫਲ ਲੈ ਕੇ ਆ ਰਹੇ ਹੋ, ਆਪਣੇ ਸਮੇਂ ਦੀ ਵੇਟ ਕਰੋ। ਹਾਲੇਲੂਇਆ। ਮੈਂ ਤੁਹਾਨੂੰ ਵਚਨ ਸੁਣ ਰਿਹਾ, ਸੋਚ ਲਿਖਿਆ, ਮੌਕੇ ਮਤ ਢੂੰढे। हालेलुया। मौके मत ढूंढे, अपने आप को इतना काबिल कर लो कि परमेश्वर आपको ढूंढ के बोले ये बंदा इस जगह पे फिट हो जाएगा। सारे बोलो हालेलुया। प्रभु यीशु मसीह दी ਅਸੀਂ ਕਾबिल बनना है, ਅਸੀਂ ਆਪਣੇ ਆਪ ਨੂੰ ਭਰਨਾ ਹੈ, ਪ੍ਰਾਰਥਨਾ ਦੁਆਵਾਂ ਔਰ ਵਚਨ ਦੇ ਨਾਲ ਭਰਨਾ ਹੈ। ਜਿਵੇਂ ਸਟੀਫਨਸ ਕੰਮ ਆਇਆ, ਉਹਨਾਂ 12 ਨੇ ਉਹ ਕੰਮ ਨਹੀਂ ਕੀਤਾ ਜਿਹੜਾ ਸੰਤ ਪਾਲੂਸ ਕਰ ਗਿਆ। ਸਾਰੇ ਬੋਲੋ ਹਾਲੇਲੂਇਆ। ਬਸ ਅਸੀਂ ਆਪਣੇ ਆਪ ਨੂੰ ਕੀ ਕਰਨਾ? ਕਾਬਿਲ ਬਣਾਉਣਾ। ਕਿਹਦੇ? ਪਰਮੇਸ਼ਵਰ ਦੇ ਕੰਮ ਦੇ ਲਈ। ਸਾਰੇ ਬੋਲੋ ਹਾਲੇਲੂਇਆ। ਜਦੋਂ ਅਸੀਂ ਆਪਣੇ ਆਪ ਨੂੰ ਕਾਬਿਲ ਕਰ ਲਾਂਗੇ, ਅਸੀਂ ਆਪਣੇ ਆਪ ਨੂੰ ਤਿਆਰ ਰੱਖਾਂਗੇ, ਅਸੀਂ ਸਿੱਖਦੇ ਜਾਵਾਂਗੇ, ਅਸੀਂ ਕੋਈ ਉਹ ਜਿਹਾ ਕੰਮ ਨਹੀਂ ਕਰਾਂਗੇ ਜਿਹਦੇ ਕਰਕੇ ਸਾਡੇ ਜੀਵਨ 'ਚ ਫਲ ਨਾ ਹੋਣ। ਤਾਂ ਇਹ 100% ਹੈ, ਤੁਹਾਡਾ ਪਰਮੇਸ਼ਵਰ ਤੁਹਾਨੂੰ ਜ਼ਰੂਰ ਯੂਜ਼ ਕਰੇਗਾ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ। ਆਓ ਅਸੀਂ ਸਭ ਅੱਖਾਂ ਨੂੰ ਬੰਦ ਕਰੀਏ, ਆਓ ਅਸੀਂ ਸਾਰੇ ਪ੍ਰਾਰਥਨਾ ਕਰੀਏ। ਸਭ ਅੱਖਾਂ ਨੂੰ ਬੰਦ ਕਰੋ, ਪ੍ਰਾਰਥਨਾ ਕਰੋ।